ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਜੀਤ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਹੈ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੀ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਰਮਾ, ਗੁਰਦੀਪ ਸਿੰਘ ਬੈਦੀ ਕਲੋਬਸ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਮਨਦੀਪ ਸਿੰਘ ਸਨੋ ਜੀ, ਧਰਮ ਸਿੰਘ, ਰਘਵੀਰ ਕੌਰ ਸਲਮਾ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਚੀਨ ਦੀ ਗੱਲ ਕਰੀਏ। ਉਹਨਾਂ ਨੇ ਇੱਕ ਹੋਰ ਮੋਰਚਾ ਖੋਲ੍ਹਿਆ। ਦੇਖੋ, ਇਹ ਜਿਹੜੇ ਭਾਰਤੀ ਦਾਅਵੇ ਨੇ ਉਹ ਕੁਛ ਹੋਰ ਨੇ, ਪਰ ਇੱਥੇ ਜੋ ਕੁਛ ਸਾਹਮਣੇ ਆ ਰਿਹਾ ਜੀ ਉਹ ਬਿਲਕੁਲ ਹੋਰ ਹੈ। ਹਾਲਾਂਕਿ ਜਿਹੜੇ ਭਾਰਤੀ ਦਾਅਵੇ ਨੇ ਉਹ ਵੀ ਹੁਣ ਜਿਹੜਾ ਇਹ ਕਹਿ ਰਹੇ ਆ ਕਿ ਪੂਰਬੀ ਲਦਾਖ ਦੇ ਵਿੱਚ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ LAC, ਉਹਦੇ ਵਿੱਚ ਭਾਰਤ ਤੇ ਚਾਈਨਾ ਦੀਆਂ ਫੌਜਾਂ ਆਮੋ ਸਾਹਮਣੇ ਨੇ। ਭਾਰਤੀ ਅਧਿਕਾਰੀਆਂ ਦੇ ਮੁਤਾਬਕ ਦੋਵੇਂ ਮੁਲਕਾਂ ਦੀਆਂ ਫੌਜਾਂ 100 ਮੀਟਰ ਦੀ ਦੂਰੀ ਦੇ ਉੱਤੇ ਨੇ ਔਰ ਉਹ ਇਹ ਮੰਨ ਰਹੇ ਆ ਕਿ LAC ਜਿਹੜੀ ਆ ਉੱਥੇ ਹਾਲਾਤ ਬੇਹੱਦ ਤਣਾਅਪੂਰਨ ਨੇ। ਪੈਂਗੋਂਗ ਝੀਲ ਦੇ ਦੱਖਣ 'ਚ 4 ਥਾਵਾਂ ਦੇ ਉੱਤੇ ਫੌਜੀ ਜਿਹੜੇ ਜੀ ਉਹ ਡਟੇ ਹੋਏ ਆ। ਪੂਰਬੀ ਲਦਾਖ ਦੇ ਵਿੱਚ ਪੈਂਗੋਂਗ ਝੀਲ ਦੇ ਦੱਖਣ 'ਚ ਭਾਰਤ ਦੇ ਜਿਹੜਾ ਸੀਗਾ ਜੀ, ਉਸ ਤੋਂ ਬਾਅਦ ਚਾਈਨਾ ਨੇ ਝੀਲ ਦੇ ਉੱਤਰੀ ਇਲਾਕੇ ਦੇ ਵਿੱਚ ਸਿਰੇ ਤੋਂ ਆਪਣੇ ਫੌਜੀਆਂ ਨੂੰ ਜਿਹੜਾ ਜੀ ਉਹ ਤਾਇਨਾਤ ਕਰਤਾ। ਚਾਈਨਾ ਦੀ ਜਿਹੜੀ ਇਹ ਹਰਕਤ ਹੈ ਉਸ ਵੇਲੇ ਸਾਹਮਣੇ ਆਈ ਹੈ ਜਦੋਂ 7 ਸਤੰਬਰ ਨੂੰ ਦੱਖਣੀ ਕੰਢੇ ਦੇ ਉੱਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਜਵਾਨਾਂ ਦੇ ਵਿਚਕਾਰ ਝੜਪਾਂ ਹੋਈਆਂ। ਚੇਤਾਵਨੀ ਦੇ ਵਜੋਂ ਜਿਹੜੀਆਂ ਸੀਗੀਆਂ ਉਹ ਹਵਾ ਦੇ ਵਿੱਚ ਗੋਲੀਆਂ ਦਾਗੀਆਂ ਗਈਆਂ। ਪੂਰਬੀ ਲਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਉੱਤੇ ਤਣਾਅ ਘਟਾਉਣ ਦੇ ਵਾਸਤੇ ਭਾਰਤ ਤੇ ਚਾਈਨਾ ਦੇ ਫੌਜੀ ਕਮਾਂਡਰਾਂ ਦੇ ਵਿਚਕਾਰ ਜਿਹੜੀ ਗੱਲਬਾਤ ਹੋਈ ਸੀ ਉਹ ਕਿਸੇ ਸਿਰੇ ਨਹੀਂ ਚੜੀ। ਦੋਵਾਂ ਮੁਲਕਾਂ ਦੇ ਜਿਹੜੇ ਫੌਜ ਕਮਾਂਡਰਾਂ ਦੇ ਵੱਲੋਂ ਅੱਗੇ ਦੀ ਵਾਰਤਾ ਜਾਰੀ ਉਹ ਰੱਖੀ ਜਾਊਗੀ। ਵਾਰਤਾ ਆਪਣੀ ਜਗ੍ਹਾ ਦੇ ਉੱਤੇ ਜਿਹੜੀ ਜੀ ਉਹ ਚੱਲ ਰਹੀ ਹੈ, ਚੱਲਦੀ ਰਹਿਣੀ ਚਾਹੀਦੀ ਹੈ, ਇਹ ਰੁਕਣੀ ਜਿਹੜੀ ਜੀ ਉਹ ਨਹੀਂ ਚਾਹੀਦੀ। ਪਰ ਇਹ ਵੀ ਆ ਕਿ ਜਦੋਂ ਇੱਕ ਪਾਸੇ ਜਿਹੜਾ ਦੀ ਜਿਹੜੇ ਮੁਲਕ ਦੇ ਰੱਖਿਆ ਮੰਤਰੀ ਨੇ ਉਹ ਇਹ ਦਾਅਵਾ ਕਰਦੇ ਨੇ ਕਿ ਜਿਹੜੀ ਗੱਲਬਾਤ ਹੋਈ ਆ ਦੋਨਾਂ ਮੁਲਕਾਂ ਦੀ ਪਿਛਲੇ ਦਿਨੇ ਮਾਸਕੋ ਦੇ ਵਿੱਚ ਉਹ ਬੜੀ ਚੰਗੇ ਮਾਹੌਲ ਦੇ ਵਿੱਚ ਹੋਈ ਆ ਤੇ ਇਹਦੇ ਨਾਲ ਜਿਹੜੀ ਦੀ ਸਰਹੱਦ ਦੇ ਉੱਤੇ ਤਣਾਅ ਘਟੂਗਾ ਤਾਂ ਉਹਦਾ ਦੂਸਰਾ ਪੱਖ ਜਿਹੜਾ ਜੀ ਇਹ ਸਾਹਮਣੇ ਆਉਂਦਾ ਕਿ ਗੱਲਬਾਤ ਜਦੋਂ ਇਸ ਪੱਧਰ ਦੀ ਹੋ ਜਾਵੇ ਤੇ ਉਹਦੇ ਵਿੱਚ ਰੱਖਿਆ ਮੰਤਰਾਲਾ ਸ਼ਾਮਲ ਹੋ ਜੇ। ਚਾਈਨਾ ਵੀ ਇਹ ਗੱਲ ਜਿਹੜੀ ਦੀ ਕਹੇ ਕਿ ਫੌਜਾਂ ਛੇਤੀ ਪਿੱਛੇ ਹਟਣਗੀਆਂ, ਪਰ ਦੂਜੇ ਪਾਸੇ ਇਹ ਆਵੇ ਕਿ ਹੁਣ 1 ਨਹੀਂ 2 ਨਹੀਂ 3 ਨਹੀਂ ਬਲਕਿ 4 ਜਗ੍ਹਾ ਦੇ ਉੱਤੋਂ ਡਿਫਰੈਂਟ ਥਾਵਾਂ ਤੋਂ ਚਾਈਨਾ ਦੀ ਫੌਜ ਨੇ ਇਹ ਜਿਹੜਾ ਜੀ ਉਹ ਮੋਰਚਾ ਖੋਲ੍ਹਿਆ ਔਰ ਉਹ ਲਗਾਤਾਰ ਉੱਥੇ ਕੰਸਟਰਕਸ਼ਨ ਜਿਹੜੀ ਆ ਉਹ ਕਰ ਰਹੇ ਆ। ਜਦੋਂ ਕਿ ਜਦੋਂ 20 ਜਵਾਨ ਜਿਹੜੇ ਸ਼ਹੀਦ ਹੋਏ ਆ ਇਹਦੇ ਚੋਂ ਪੰਜਾਬ ਦੇ ਵਿੱਚ ਵੀ ਸਿਵੇ ਜਿਹੜੇ ਜੀ ਉਹ 4 ਬੜੇ ਸਨ ਉਸ ਟਾਈਮ ਕਿ ਉਦੋਂ ਇਹ ਆਖਿਆ ਗਿਆ ਸੀ ਕਿ ਚਾਈਨਾ ਦੀ ਜਿਹੜੀ ਫੌਜ ਹੈ ਮਿਲਟਰੀ ਆ ਉਹ ਭਾਰਤ ਵਾਲੀ ਸਾਈਡ ਦੇ ਉੱਤੇ ਆਈ ਹੋਈ ਨਹੀਂ, ਕੋਈ ਤਣਾਅ ਨਹੀਂ ਹੈਗਾ। ਫਿਰ ਉਹ ਕਿਵੇਂ 20 ਜਾਣੇ ਜਿਹੜੇ ਜੀ ਉਹ ਸ਼ਹੀਦ ਹੋ ਗਏ। 45 ਸਾਲ ਪਹਿਲਾਂ ਜਿਹੜੀ ਚੱਲੀ ਗੋਲੀ ਸੀ, ਹੁਣ 45 ਸਾਲਾਂ ਤੋਂ ਬਾਅਦ ਜਿਹੜੀ ਉਹ ਚੱਲੀ ਗੋਲੀ। ਤੋ ਇਹ ਜ਼ਿਆਦਾ ਜਿਹੜਾ ਧਿਆਨ ਹੈ ਇਸ ਵੇਲੇ ਜੋ ਹਾਲਾਤ ਬਣ ਰਹੇ ਆ ਮੁਲਕ ਦੇ ਅਰਥਚਾਰੇ ਦੇ GDP ਦੇ ਜਾਂ ਤਾਂ ਜਿਹੜੀ ਦੀ ਉਹ ਰੀਆ ਚੱਕਰਵਰਤੀ ਵਾਲੀਆਂ ਖਬਰਾਂ ਹੋ ਗਈਆਂ, ਕੰਗਨਾ ਰਣੌਤ ਹੋ ਗਈਆਂ, ਉਹ ਜਿਹੜੀਆਂ ਖਬਰਾਂ ਨੇ ਉਹ ਵੀ ਗੋਦੀ ਮੀਡੀਆ ਚੁੱਕ ਰਿਹਾ। ਉਹ GDP ਦੀ ਗੱਲ ਨਹੀਂ ਕਰ ਰਿਹਾ, ਉਹ 2.25 ਕਰੋੜ ਚਲੀਆਂ ਗਈਆਂ ਨੌਕਰੀਆਂ ਦੀ ਗੱਲ ਜਿਹੜੀ ਦੀ ਉਹ ਨਹੀਂ ਕਰ ਰਿਹਾ। ਇਹ ਧਿਆਨ ਡਾਈਵਰਟ ਕਰਨ ਦੇ ਵਾਸਤੇ ਵੀ ਜਿਹੜਾ ਦੀ ਹੋ ਸਕਦਾ ਜੋ ਵੀ ਹੈ ਫਿਕਰਮੰਦੀ ਜਿਹੜੀ ਆ ਉਹ ਇਸ ਸਰਹੱਦ ਦੇ ਉੱਤੇ ਵੱਧ ਰਹੀ ਹੈ ਜੀ। ਅੱਗੇ ਬਹਿਬਲ ਕਲਾਂ ਕਾਂਡ ਦੀ ਜੇ ਗੱਲ ਕਰੀਏ ਉਸ ਵਿੱਚ IG ਕੁੰਵਰ ਪ੍ਰਤਾਪ ਸਿੰਘ ਨੂੰ ਅਦਾਲਤ ਨੇ ਪੇਸ਼ ਹੋਣ ਦੇ ਹੁਕਮ ਦਿੱਤੇ। ਫਰੀਦਕੋਟ ਦੀ ਜਿਹੜੀ ਅਦਾਲਤ ਹੈ ਜੀ ਉਹ ਬਹਿਬਲ ਗੋਲੀਕਾਂਡ ਦੀ ਸੁਣਵਾਈ ਕਰ ਰਹੀ ਹੈ। ਅਦਾਲਤ ਨੇ ਇਹ ਆਦੇਸ਼ ਦਿੱਤੇ ਆ ਕਿ ਇਹ ਜਿਹੜੀ SIT ਆ ਇਹਦੇ ਪ੍ਰਮੁੱਖ ਮੈਂਬਰ ਜਿਹੜੇ ਨੇ IG ਕੁੰਵਰ ਵਿਜੇ ਪ੍ਰਤਾਪ ਹੋਰੀ ਉਹ ਅਦਾਲਤ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ। ਅੱਜ ਅਦਾਲਤ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਮੁਲਜ਼ਮਾਂ ਦੇ ਵਿੱਚੋਂ ਇੱਕ ਇੰਸਪੈਕਟਰ ਪ੍ਰਦੀਪ ਸਿੰਘ ਦੇ ਵਾਅਦਾ ਮਾਫ ਗਵਾਹ ਬਣਨ ਦੇ ਮੁੱਦੇ ਦੇ ਉੱਤੇ ਅੱਜ ਫੈਸਲਾ ਕਰਨਾ ਹੈ ਔਰ ਇੰਸਪੈਕਟਰ ਪ੍ਰਦੀਪ ਸਿੰਘ ਦੇ ਵੱਲੋਂ ਇਲਾਕਾ ਮੈਜਿਸਟ੍ਰੇਟ ਦੇ ਸਾਹਮਣੇ
ਬਾਈਬਲ ਗੋਲੀ ਕਾਂਡ ਦੀ ਸੱਚਾਈ ਬਾਰੇ ਦਿੱਤੇ ਬਿਆਨ ਦੀ ਨਕਲ ਜਿਹੜੀ ਆ ਉਹ SIT ਨੂੰ ਸੌਂਪੀ ਜਾਣੀ ਹੈ। ਜਿਹੜੀ ਸ਼ਿਕਾਇਤਕਰਤਾ ਧਿਰ ਨੇ ਅਦਾਲਤ ਦੇ ਵਿੱਚ ਅਰਜ਼ੀ ਦੇ ਕੇ ਇੰਸਪੈਕਟਰ ਪ੍ਰਦੀਪ ਸਿੰਘ ਦੇ ਬਿਆਨ ਦੀ ਨਕਲ ਮੰਗੀ ਹੈ। ਹੋਰ ਧਿਰਾਂ ਨੇ ਵੀ ਅਦਾਲਤ ਦੇ ਵਿੱਚ ਅਰਜ਼ੀ ਦੇ ਕੇ ਬਿਆਨਾਂ ਦੀ ਨਕਲ ਜਾਰੀ ਕਰਨ ਦੀ ਮੰਗ ਕੀਤੀ ਹੈ। ਸਾਬਕਾ SSP ਚਰਨਜੀਤ ਸ਼ਰਮਾ ਜਿਹੜਾ ਮੋਗੇ ਤਾਇਨਾਤ ਸੀ, ਇੱਥੇ ਆ ਕੇ ਗੋਲੀ ਚਲਾਉਂਦਾ, ਉਹਨੇ ਵੀ ਪ੍ਰਦੀਪ ਸਿੰਘ ਦੇ ਵਾਅਦਾ ਮਾਫ ਗਵਾਹ ਬਣਨ ਦਾ ਵਿਰੋਧ ਕੀਤਾ, ਕਿਉਂਕਿ ਇਹ ਜਿਹੜੇ ਵੀ ਇਸ ਮਸਲੇ ਦੇ ਉੱਤੇ ਮਾਰੇ ਜਾਣਗੇ ਜਿੰਨੇ ਪੁਲਿਸ ਵਾਲੇ ਇਹਦੇ ਵਿੱਚ ਜਿਹੜੇ ਵੀ ਸ਼ਾਮਲ ਨੇ ਉਹਦੀ ਵਾਅਦਾ ਮਾਫ ਬਣਨ ਦੇ ਨਾਲ। ਇਸ ਕਰਕੇ ਕੋਸ਼ਿਸ਼ਾਂ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਵਾਅਦਾ ਮਾਫ ਜਿਹੜਾ ਜੀ ਉਹ ਨਾ ਬਣੇ। ਬਾਈਬਲ ਗੋਲੀ ਕਾਂਡ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਭਰਾ ਰੇਸ਼ਮ ਸਿੰਘ ਨੇ ਅਦਾਲਤ ਦੇ ਵਿੱਚ ਜਿਹੜੀ ਹੈ ਜੀ ਉਹ ਅਰਜ਼ੀ ਦੇ ਕੇ ਇਸ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਉਹਦਾ ਪੱਖ ਸੁਣਨ ਦੀ ਵੀ ਮੰਗ ਕੀਤੀ ਹੈ। ਉਹਨੇ ਇਹ ਕਿਹਾ ਕਿ ਉਹ ਬਾਈਬਲ ਗੋਲੀ ਕਾਂਡ ਦਾ ਚਸ਼ਮਦੀਦ ਹੈ ਤੇ ਪੜਤਾਲ ਦੇ ਦੌਰਾਨ 25 ਅਗਸਤ 17 ਨੂੰ ਪੁਲਿਸ ਨੇ ਉਹਦਾ ਬਿਆਨ ਵੀ ਲਿਖਿਆ ਸੀ, ਪਰ ਪੁਲਿਸ ਨੇ ਉਹਨੂੰ ਇਸ ਮਾਮਲੇ ਦੇ ਵਿੱਚ ਗਵਾਹ ਵਜੋਂ ਸ਼ਾਮਲ ਜਿਹੜਾ ਦੀ ਉਹ ਨਹੀਂ ਕੀਤਾ। ਅਦਾਲਤ ਨੇ ਸਾਰੇ ਮਾਮਲੇ ਦੇ ਬਾਰੇ ਅੱਜ ਸਾਰੀਆਂ ਧਿਰਾਂ ਦਾ ਪੱਖ ਜਿਹੜਾ ਦੀ ਉਹ ਸੁਣਨਾ, ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਉਹ ਇਹੀ ਹੋਊਗੀ ਕਿ ਇੱਕ ਤਾਂ ਜਿਹੜਾ ਦੀ ਪ੍ਰਦੀਪ ਸਿੰਘ ਹੈ ਉਹਦਾ ਵਾਅਦਾ ਮਾਫ ਗਵਾਹ ਜਿਹੜਾ ਦੀ ਉਹ ਬਣਨਾ, ਉਹ ਵਾਅਦਾ ਮਾਫ ਜਿਹੜਾ ਗਵਾਹ ਬਣਿਆ ਉਹਦੇ ਵਿੱਚ ਉਹਨੇ ਬਿਆਨ 'ਚ ਕੀ ਦਿੱਤਾ ਇਹ ਜਿਹੜਾ ਦੀ ਉਹ ਸਾਹਮਣੇ ਆਉਣ ਦਿਓ। ਇਹ ਇਸੇ ਕਰਕੇ ਉਹਦਾ ਜਿਹੜਾ ਜੀ ਇਸ ਵੇਲੇ ਵਿਰੋਧ ਕਰ ਰਹੇ ਆ। ਵਿਰੋਧ ਕਰ ਕੌਣ ਰਹੇ ਆ? ਜਿਹੜੇ ਇਹਦੇ ਵਿੱਚ ਨਾਮਜ਼ਦ ਕੀਤੇ ਹੋਏ ਆ ਉਹਨਾਂ ਨੂੰ ਉਹ ਲੱਗਦਾ ਕਿ ਕਿਉਂਕਿ ਜਦੋਂ ਨਾਲ ਦਾ ਸਾਥੀ ਜਿਹੜਾ ਉਹਦੇ ਵਿੱਚ ਗੁਨਾਹਗਾਰ ਹੋਵੇ, ਅਦਾਲਤ ਉਹਨੂੰ ਇਹ ਕਹਿੰਦੀ ਆ ਕਿ ਤੇਰੀ ਜਿਹੜੀ ਵੀ ਤੈਨੂੰ ਇਹਦੇ 'ਚ ਮਾਫੀ ਮਿਲੂਗੀ, ਮਤਲਬ ਕਿ ਉਹ ਆਪਣੀ ਸਕਿਨ ਸੇਵ ਕਰਨੀ ਚਾਹੁੰਦਾ, ਆਪਣੀ ਖਰੜੀ ਬਚਾਉਣੀ ਚਾਹੁੰਦਾ। ਇਹ 164 ਦੇ ਤਹਿਤ ਹੁੰਦਾ, ਜੱਜ ਦੇ ਸਾਹਮਣੇ ਹੁੰਦਾ, ਪਰ ਇਹ ਵੀ ਹੈ ਕਿ ਜੇ ਉਹ ਕੱਲ ਨੂੰ ਉਸ ਬਿਆਨ ਤੋਂ ਮੁੱਕਰਦਾ ਤਾਂ ਫਿਰ ਉਹ ਦੁਬਾਰਾ ਫਿਰ ਉਹਦੇ ਵਿੱਚ ਨਾਮਜ਼ਦ ਜਿਹੜਾ ਦੀ ਉਹ ਕਰ ਲਿਆ ਜਾਂਦਾ। ਇਸ ਕਰਕੇ ਇਹ ਬਹੁਤ ਅਹਿਮ ਜਿਹੜਾ ਦੀ ਹੋਊਗਾ ਪ੍ਰਦੀਪ ਸਿੰਘ ਦਾ, ਖਾਸ ਤੌਰ ਤੇ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਵਾਅਦਾ ਮਾਫ ਗਵਾਹ ਬਣਨਾ ਜੀ। ਤੇ ਅੱਗੇ ਸਮੇਧ ਸੈਣੀ ਦੀ ਜੇ ਗੱਲ ਕਰੀਏ ਤਾਂ ਉਸ ਦੀਆਂ ਮੁਸ਼ਕਲਾਂ ਵਧੀਆਂ। ਉਹ ਸਮੇਧ ਸੈਣੀ ਵਾਲੇ ਮਾਮਲੇ ਦੇ ਉੱਤੇ ਬਹੁਤ ਕੁਝ ਹੁਣ ਜਿਹੜਾ ਵੀ ਉਹ ਸਾਹਮਣੇ ਆਉਣ ਲੱਗਾ। ਬੜੇ ਲੋਕ ਜਿਹੜੇ ਬੋਲਦੇ ਨਹੀਂ ਸੀਗੇ, ਦਬੇ ਹੋਏ ਸੀ, ਬੋਲਣ ਲੱਗੇ ਆ। ਮਨੁੱਖੀ ਅਧਿਕਾਰਾਂ ਦੇ ਵਾਸਤੇ ਗੱਲ ਕਰਨ ਵਾਲੇ ਲੋਕ ਦਬਾ ਦਿੱਤੇ ਗਏ, ਦੱਬ ਦਿੱਤੇ ਗਏ। ਥੋੜੀ ਜਿਹੀ ਜਿਹੜੀ ਘੁਸਰ ਮੁਸਰ ਸੁਗਬਗਾਹਟ ਉਧਰ ਵੀ ਜਿਹੜੀ ਹੈ ਜੀ ਉਹ ਹੋਣ ਲੱਗੀ ਆ, ਕਿਉਂਕਿ ਉਹਦਾ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ। SIT ਨੇ ਥਾਂ ਥਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ, ਬੇਸ਼ੱਕ ਉਹ ਕਾਗਜ਼ਾਂ ਦਾ ਢਿੱਡ ਭਰਨ ਦੇ ਵਾਸਤੇ ਕੀਤੀ ਹੋਵੇ। ਇਹ ਸਵਾਲ ਜ਼ਰੂਰ ਵੱਡੇ ਪੱਧਰ ਦੇ ਉੱਤੇ ਉੱਠ ਰਿਹਾ ਕਿ Z+ ਸਿਕਿਉਰਿਟੀ ਜਿਹੜਾ ਹੋਲਡ ਕਰਦਾ ਹੋਵੇ ਉਹ ਬਿਨਾਂ ਸਿਕਿਉਰਿਟੀ ਨੂੰ ਦੱਸੇ ਤੋਂ ਨਿਕਲ ਕਿਵੇਂ ਗਿਆ। ਇਹਦੀ ਇੱਕ ਐਪਲੀਕੇਸ਼ਨ ਜਿਹੜੀ ਸੀ ਉਹ ਮੂਵ ਹੋਈ ਹੈ ਕਿ ਉਹਦੀ ਜ਼ਮਾਨਤ ਜਿਹੜੀ ਇੰਟਰਮ ਮਿਲੀ ਸੀ ਉਹਨੂੰ ਪਹਿਲਾਂ ਕਿ 3 ਦਿਨ ਤੁਸੀਂ ਦੱਸੋਗੇ ਪਹਿਲਾਂ ਜੇ ਉਹਨੂੰ ਅਰੈਸਟ ਕਰਨਾ, ਉਹ ਵੀ ਰੱਦ ਕੀਤੀ ਜਾਵੇ, ਕਿਉਂਕਿ ਉਹਦੇ ਵਿੱਚ ਇੱਕ ਕਲੌਜ਼ ਹੈ ਕਿ ਉਹ ਬਿਨਾਂ ਅਦਾਲਤ ਨੂੰ ਦੱਸੇ ਤੋਂ ਸ਼ਹਿਰ ਛੱਡ ਕੇ ਨਹੀਂ ਜਾ ਸਕਦਾ। ਉਹ ਚਲੇ ਗਿਆ, ਇਸ ਵੇਲੇ ਸ਼ਹਿਰ 'ਚ ਹੈ ਨਹੀਂ ਗਾ ਉਹ। ਉਹਦੀ ਭਾਲ ਦੇ ਵਾਸਤੇ 11 ਡਿਫਰੈਂਟ ਥਾਵਾਂ ਦੇ ਉੱਤੇ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ ਆ। ਦੂਜੀ ਉਹਦੀ ਮੁਸ਼ਕਲ ਜਿਹੜੀ ਇੱਕ ਬਹੁਤ ਪੁਰਾਣੇ ਕੇਸ, 26 ਸਾਲ ਪੁਰਾਣਾ ਕੇਸ ਹੈ। 15 ਮਾਰਚ 1994 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੀ ਪਾਰਕਿੰਗ ਦੇ ਵਿੱਚੋਂ ਵਿਨੋਦ ਕੁਮਾਰ, ਉਹਦਾ ਰਿਸ਼ਤੇਦਾਰ ਅਸ਼ੋਕ ਕੁਮਾਰ, ਡਰਾਈਵਰ ਮੁਖਤਿਆਰ ਸਿੰਘ, ਉਹਨੂੰ ਚੁੱਕ ਲਿਆ ਜਾਂਦਾ। ਅਸ਼ੋਕ ਨੂੰ ਲੁਧਿਆਣੇ ਤੋਂ ਜਿਹੜਾ ਚੁੱਕਿਆ ਗਿਆ ਸੀ, 2 ਜਾਣੇ ਜਿਹੜੇ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੀ ਪਾਰਕਿੰਗ ਦੇ ਵਿੱਚੋਂ ਚੁੱਕ ਲਏ ਗਏ ਸੀਗੇ, ਕਿਉਂਕਿ ਇਹ ਕਿਹਾ ਗਿਆ ਸੀਗਾ ਵੀ ਜੇ ਇਹਨਾਂ ਨੂੰ ਅਰੈਸਟ ਕਰਨਾ, ਹਾਈ ਕੋਰਟ ਨੇ ਪਲੀਅਰ ਦਿੱਤੀ ਸੀ ਵੀ ਜੇ ਇਹਨਾਂ ਨੂੰ ਅਰੈਸਟ ਕਰਨਾ ਹੈ ਤੇ 10 ਦਿਨ ਦਾ ਨੋਟਿਸ ਦੇਣਾ ਪਊਗਾ। ਇਹਨਾਂ ਕੀ ਕੀਤਾ, ਉਹਨਾਂ ਨੂੰ ਉੱਥੋਂ ਹੀ ਚੁੱਕ ਲਿਆ, 10 ਦਿਨ ਅਗਵਾ ਕਰਕੇ ਰੱਖਿਆ। 10ਵੇਂ ਦਿਨ ਜਿਹੜਾ ਸੀਗਾ ਜੀ ਉਹ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਦੀ ਉਹ ਵਿਖਾ ਕੇ ਤੇ ਮੁੜ ਕੇ ਕਿੱਥੇ ਗਏ ਉਹ ਅੱਜ ਤੱਕ ਪਤਾ ਨਹੀਂ ਲੱਗਿਆ। ਇਸ ਮਾਮਲੇ ਦੇ ਵਿੱਚ ਅਸ਼ੋਕ ਦੀ ਜਿਹੜੀ ਮਾਂ ਸੀ ਉਹ ਬੁਢੇਪੇ ਦੇ ਵਿੱਚ ਵੀ ਲੰਮਾ ਸਮਾਂ ਲੜਾਈ ਲੜਦੀ ਰਹੀ। 2017 ਦੇ ਵਿੱਚ ਇਨਸਾਫ ਉਡੀਕ ਦੀ ਦੁਨੀਆ ਤੋਂ ਚਲੇਗੀ, ਕਿਉਂਕਿ ਸਮੇਧ ਸੈਣੀ ਇੱਕ ਪਾਵਰਫੁਲ ਵਿਅਕਤੀ ਸੀ, ਇੱਕ ਵੱਡਾ ਸਿਆਸੀ ਪਰਿਵਾਰ ਜਿਹੜਾ ਬਾਦਲ ਪਰਿਵਾਰ ਹੈ ਉਹਦੀ ਪਿੱਠ ਦੇ ਉੱਤੇ ਸੀ। ਇੱਥੇ ਪੰਜਾਬ ਦੇ ਵਿੱਚ ਸੁਣਵਾਈ ਨਹੀਂ ਸੀ ਹੋਣੀ ਉਹਦੀ ਕਿਸੇ ਅਦਾਲਤ ਦੇ ਵਿੱਚ ਕਿਤੇ ਵੀ। ਉਹਨੇ ਇਹ ਕੇਸ ਟ੍ਰਾਂਸਫਰ ਕਰਵਾ ਲਿਆ ਸੀ, CBI ਦੇ ਕੋਲ ਇਹ ਕੇਸ ਸੀਗਾ ਕਿ ਇਹ ਦਿੱਲੀ ਦੇ ਵਿੱਚ ਚਲਾ ਦਿਆ ਜਾਵੇ, ਤੇ ਉਹ ਅਦਾਲਤ ਦੇ ਹੁਕਮਾਂ ਦੇ ਉੱਤੇ ਇਹ ਕੇਸ ਦਿੱਲੀ ਟ੍ਰਾਂਸਫਰ ਹੋ ਗਿਆ ਸੀ। ਉੱਥੇ ਸਮੇਧ ਸੈਣੀ ਇਸ ਗੱਲ ਦੀ ਜਿਹੜੀ ਪਲੀ ਲੈਂਦਾ ਰਿਹਾ ਕਿ ਉਹਦੀ ਜਾਨ ਨੂੰ ਖਤਰਾ, ਇਸ ਕਰਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ੀ ਤੋਂ ਛੋਟ ਦਿੱਤੀ ਜਾਵੇ। CBI ਨੇ ਉਹਨੂੰ ਛੋਟ ਦਿੱਤੀ ਹੋਈ ਸੀ। ਹੁਣ ਟੈਕਨੀਕਲੀ ਜਿਹੜਾ ਦੀ ਉਹ CBI ਇਸ ਮਾਮਲੇ 'ਚ ਘਿਰਦੀ ਹੈ,
ਜਦੋਂ ਉਹ ਪੰਜਾਬ ਦੇ ਵਿੱਚ ਮੋਹਾਲੀ ਦੀ ਅਦਾਲਤ ਸਾਹਮਣੇ ਪੇਸ਼ ਨਹੀਂ ਹੁੰਦਾ, SIT ਕੋਲੇ ਪੇਸ਼ ਨਹੀਂ ਹੁੰਦਾ, ਹਾਈ ਕੋਰਟ ਤੋਂ ਜ਼ਮਾਨਤ ਉਹਦੀ ਰੱਦ ਹੋ ਜਾਂਦੀ ਆ, ਹੇਠਲੀ ਅਦਾਲਤ ਤੋਂ ਰੱਦ ਹੋ ਜਾਂਦੀ ਆ, ਉਹਦਾ ਕੋਈ ਥੋ ਪਤਾ ਨਹੀਂ। CBI ਨੇ ਐਪਲੀਕੇਸ਼ਨ ਕੱਲ ਮੂਵ ਕਰਤੀ ਕਿ ਜਿਹੜੀ ਉਹਨੂੰ ਪੇਸ਼ੀ ਤੋਂ ਛੋਟ ਦਿੱਤੀ ਹੋਈ ਆ ਉਹ ਰੱਦ ਕੀਤੀ ਜਾਵੇ। ਅੱਜ ਇਸ ਮਾਮਲੇ ਦੀ ਸੁਣਵਾਈ ਆ ਉੱਥੇ ਜਿਹੜੀ ਹਾਈ ਕੋਰਟ ਦੀ ਅਦਾਲਤ, ਮਾਫ ਕਰਨਾ CBI ਦੀ ਅਦਾਲਤ ਦਿੱਲੀ ਦੇ ਵਿੱਚ ਜਿਹੜੀ ਹੈ ਉੱਥੇ। ਉਹ ਹੁਣ ਕੀ ਇਸ ਮਾਮਲੇ ਦੇ ਉੱਤੇ ਜਿਹੜਾ ਵੀ ਉਹ ਕਰਦੀ, ਇਹ ਇੰਟਰਸਟਿੰਗਲੀ ਦੇਖਣ ਵਾਲਾ ਹੋਊਗਾ। ਇੱਥੇ ਦਲ ਖਾਲਸਾ ਜਿਹੜਾ ਵੀ ਉਹਨੇ ਕੱਲ ਪੋਸਟਰ ਲਾਏ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ, ਔਰ ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਤੁਸੀਂ ਜ਼ਰੂਰ ਦੇਖੇ ਹੋਣਗੇ ਕਿ ਜਿਹੜਾ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰੂਗਾ ਜਾਂ ਕਰਵਾਊਗਾ ਉਹਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਤ ਜਿਹੜਾ ਉਹ ਕੀਤਾ ਜਾਊਗਾ। ਇਹ ਪਰਤਾਂ ਬਹੁਤ ਸਾਰੀਆਂ ਨਿਕਲਣਗੀਆਂ। ਇੱਕ ਗਜ਼ਲ ਹੈ ਕਿ ਬਾਤ ਨਿਕਲੇਗੀ ਤਾਂ ਫਿਰ ਦੂਰ ਤਲਕ ਜਾਏਗੀ। ਹੁਣ ਸਵਾਲ ਇਹ ਆ ਕਿ ਕੌਣ ਇਸ ਵੇਲੇ ਬਚਾ ਰਿਹਾ ਸੁਮੇਧ ਸੈਣੀ ਨੂੰ। ਵੈਸੇ ਬਹੁਤੇ ਲੋਕਾਂ ਨੂੰ ਸ਼ੱਕ ਸ਼ੁਬਾ ਨਹੀਂ ਹੈਗਾ ਕਿ ਕੌਣ ਜਿਹੜਾ ਵੀ ਉਹ ਬਚਾ ਰਿਹਾ। ਉਹਨਾਂ ਨੂੰ ਇਹ ਲੱਗਦਾ ਕਿ ਪਰਤਾਂ ਕਿਤੇ ਸਾਡੀਆਂ ਨਾ ਜਿਹੜੀਆਂ ਦੀ ਉਹ ਉਧੜਨੀਆਂ ਸ਼ੁਰੂ ਹੋ ਜਾਣ। ਇਹ ਜਿਹੜਾ ਟਰਾਈਐਂਗਲ ਹੈ ਤਿੰਨ ਕੁ ਜਾਣਿਆਂ ਦਾ, ਉਹਨੂੰ ਉਹਦੇ ਵਾਸਤੇ ਜਿਹੜਾ ਵੀ ਉਹ ਸਮਝਣਾ ਪਊਗਾ, ਜਿਹੜਾ ਕਿ ਬੜਾ ਗੰਭੀਰ ਹੈ। ਕਿ ਜਦੋਂ 92 ਤੋਂ 97 ਤੱਕ ਦੀ ਜਿਹੜੀ ਰਾਜਨੀਤੀ ਨੂੰ ਆਪਾਂ ਦੇਖਦੇ ਹਾਂ, ਜਦੋਂ ਬੇਅੰਤ ਸਿੰਘ ਦੀ ਸਰਕਾਰ, ਉਸ ਤੋਂ ਬਾਅਦ ਉਹਨਾਂ ਦਾ ਮਰਡਰ ਹੋ ਜਾਂਦਾ ਤੇ ਫਿਰ ਹਰਚੰਦ ਸਿੰਘ ਬਰਾੜ ਆ ਜਾਂਦੇ ਆ, ਫਿਰ ਉਹਨੂੰ ਲਾਹ ਕੇ ਰਜਿੰਦਰ ਕੌਰ ਭੱਠਲ ਹੋਰੀ ਬਣ ਜਾਂਦੇ ਆ। ਉਹਦੇ ਦੌਰਾਨ ਜੇ ਤੁਸੀਂ ਬਿਆਨ ਚੁੱਕ ਲਓ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ, ਤਾਂ ਉਹ ਸਾਰੇ ਤੁਹਾਨੂੰ ਇਹੀ ਮਿਲਣਗੇ ਬਈ ਜਿਨ੍ਹਾਂ ਨੇ ਤਸ਼ੱਦਦ ਕੀਤਾ ਪੁਲਿਸ ਅਫਸਰਾਂ ਨੇ, ਅਸੀਂ ਉਹਨਾਂ ਨੂੰ ਕਟਹਿਰੇ 'ਚ ਖੜੇ ਕਰਾਂਗੇ। ਕਿਹੜੇ ਕਟਹਿਰੇ 'ਚ ਖੜਾ ਕੀਤਾ ਉਹ ਸਭ ਦੇ ਸਾਹਮਣੇ ਆ, ਕਿਵੇਂ ਉੱਚ ਅਹੁਦਿਆਂ ਦੇ ਉੱਤੇ ਪਹੁੰਚਾਇਆ ਉਹ ਵੀ ਸਭ ਦੇ ਸਾਹਮਣੇ ਆ। ਬਸ ਇਹੀ ਕਟਹਿਰੇ ਕਿਹਾ ਸੀਗਾ ਉਹਨਾਂ ਨੇ। ਤੇ ਅੱਗੇ ਗੱਲ ਕਰਦੇ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੀ ਗੱਲਬਾਤ ਆ ਇੱਧਰ ਉੱਧਰ ਨੂੰ ਸਾਰੇ ਚੈਨਲ ਲੈ ਕੇ ਜਾ ਰਹੇ ਆ। ਹੁਣ ਸਿਆਸਤ ਆ ਜਿਹੜੀ ਕੰਗਨਾ ਤੇ ਮਹਾਰਾਸ਼ਟਰ ਦੀ ਸਰਕਾਰ ਦੇ ਵਿੱਚ ਹੀ ਲੜਾਈ ਲੱਗਦੀ ਆ। ਦੇਖੋ ਜੇ ਤੁਸੀਂ ਕੰਗਨਾ ਰਣੌਤ ਨੂੰ ਜਿਸ ਦਿਨ ਤੋਂ ਉਹ ਇਸ ਮਾਮਲੇ ਦੇ ਵਿੱਚ ਕੁੱਦੀ ਹੈ, ਹੁਣ ਜਿਹੜੀ ਵੀ ਉਹ ਬਹੁਤ ਲੋਕਾਂ ਨੂੰ ਸਮਝ ਆ ਜਾਊਗੀ ਕਿ ਇਹ ਸਿਸਟੇਮੈਟਿਕਲੀ ਸਾਰਾ ਕੁਝ ਜਿਹੜਾ ਵੀ ਉਹ ਕੀਤਾ ਗਿਆ। ਕਿਉਂਕਿ ਇਹਦੇ ਨਾਲ ਇੱਕ ਤਾਂ ਬਿਹਾਰ ਚੋਣਾਂ ਜੁੜੀਆਂ ਹੋਈਆਂ ਨੇ, ਸੁਸ਼ਾਂਤ ਰਾਜਪੂਤ ਬਿਹਾਰ ਤੋਂ ਸੀ, ਪਟਨਾ ਸਾਹਿਬ ਤੋਂ, ਇਸ ਕਰਕੇ ਉੱਥੇ ਚੋਣਾਂ ਆ ਰਹੀਆਂ ਨੇ। ਜਿਹੜੀ NDA ਹੈ ਭਾਜਪਾ ਦੀ ਅਗਵਾਈ ਦੇ ਵਿੱਚ, ਨਿਤਿਸ਼ ਕੁਮਾਰ ਦੀ ਅਗਵਾਈ ਦੇ ਵਿੱਚ ਉੱਥੇ ਚੋਣਾਂ ਲੜਨੀਆਂ ਨੇ। ਐਂਟੀ ਇਨਕੰਬੈਂਸੀ ਸਿਰ ਚੜ ਕੇ ਬੋਲ ਰਹੀ ਹੈ। ਜੋ ਕੁਛ ਲੋਕਡਾਊਨ ਦੇ ਵਿੱਚ ਹੋਇਆ, ਮਜ਼ਦੂਰਾਂ ਵਾਲਾ ਮਾਮਲਾ, ਕਿਵੇਂ ਮਜ਼ਦੂਰ ਤੁਰ ਕੇ ਗਏ ਬਹੁਤ ਵੱਡੀ ਗਿਣਤੀ 'ਚ, ਉਹਦੇ 'ਚ ਬਿਹਾਰੀ ਸੀ, ਉਹ ਮਾਮਲਾ ਦੱਬਣ ਦੀ ਇਹ ਕੋਸ਼ਿਸ਼ ਆ ਵੀ ਉਹ ਕਿਤੇ ਮਾਮਲਾ ਉੱਠ ਨਾ ਖੜਾ ਹੁੰਦਾ ਹੋਵੇ। ਪਹਿਲਾਂ ਕੰਗਨਾ ਰਣੌਤ ਜਦੋਂ ਮੋਰਚਾ ਖੋਲ੍ਹਦੀ ਹੈ, ਉਹ ਸੁਸ਼ਾਂਤ ਸਿੰਘ ਰਾਜਪੂਤ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦੀ ਹੈ ਸੋਸ਼ਲ ਮੀਡੀਆ ਦੇ ਉੱਤੇ। ਉਹ ਬੜੀ ਤੇਜ਼ੀ ਦੇ ਨਾਲ ਜਿਹੜਾ ਵੀ ਉਹ ਲੈਂਦੀ ਹੈ, ਲੋਕ ਉਹਦੇ ਪਿੱਛੇ ਵੀ ਲੱਗਦੇ ਆ। ਫਿਰ ਉਹ ਮੋਰਚਾ ਖੋਲ੍ਹਦੀ ਆ ਜਿਹੜੇ ਫਿਲਮ ਇੰਡਸਟਰੀ ਦੇ ਵਿੱਚ ਸਥਾਪਿਤ ਕੁਛ ਕਲਾਕਾਰ ਨੇ ਭਾਈ ਭਤੀਜਾਵਾਦ ਦੇ ਖਿਲਾਫ। ਤੁਸੀਂ ਦੇਖੀ ਜਾਣਾ ਜੀ ਉਹ ਕਿਵੇਂ ਟਰਨ ਹੁੰਦੀ ਹੈ। ਫਿਰ ਉਹਦੇ ਵਿੱਚੋਂ ਸੁਸ਼ਾਂਤ ਸਿੰਘ ਰਾਜਪੂਤ ਉਹ ਮੰਤਰੀ ਕਰ ਦਿੰਦੀ ਹੈ, ਉਹਦੇ ਵਿੱਚ ਉਹ ਭਾਈ ਭਤੀਜਾਵਾਦ ਦੇ ਖਿਲਾਫ ਮੋਰਚਾ ਖੋਲ੍ਹਦੀ ਹੈ। ਫਿਰ ਜਦੋਂ ਉਹ 2-4 ਦਿਨ ਕਿਉਂਕਿ ਚੱਲਦੀ ਹੈ, ਉਹ ਅੱਗੋਂ ਕੋਈ ਜਵਾਬ ਨਹੀਂ ਮਿਲਦਾ, ਫਿਰ ਉਹ ਮੋਰਚਾ ਖੋਲ੍ਹ ਦਿੰਦੀ ਹੈ ਰੀਆ ਚੱਕਰਵਰਤੀ ਦੇ ਖਿਲਾਫ। ਉਹ ਚੱਲਦਾ, ਖੂਬ ਚੱਲਦਾ। ਔਰ ਜਦੋਂ ਰੀਆ ਚੱਕਰਵਰਤੀ ਨੂੰ ਨਾਰਕੋਟਿਕਸ ਜਿਹੜਾ ਵੀ ਉਹ ਅਰੈਸਟ ਕਰ ਲੈਂਦਾ ਤੇ ਫਿਰ ਇਹ ਹਿਮਾਚਲ ਤੋਂ ਤੁਰਦੀ ਹੈ। ਇਹਦੇ ਡਿਊਰਿੰਗ ਕੇਂਦਰ ਦੀ ਸਰਕਾਰ ਉਹਨੂੰ Y+ ਸਿਕਿਉਰਿਟੀ ਜਿਹੜੀ ਹੈ ਜੀ ਉਹ ਦੇ ਦਿੰਦੀ ਹੈ, ਵੱਡੀ ਸਿਕਿਉਰਿਟੀ ਹੁੰਦੀ ਹੈ। ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ, ਜਿੰਨੀ ਉਹਨਾਂ ਕੋਲੇ ਸਿਕਿਉਰਿਟੀ ਆ ਉਨੀ ਇਹਨੂੰ ਸਿਕਿਉਰਿਟੀ ਜਿਹੜੀ ਦੀ ਉਹ ਦੇ ਦਿੱਤੀ ਜਾਂਦੀ ਹੈ। ਉਭਾਰਿਆ ਜਾ ਰਿਹਾ ਉਹਨੂੰ ਫੁੱਲ ਜਿਹੜਾ ਦੀ ਉਹਨੂੰ ਇਹ ਸਿਕਿਉਰਿਟੀ ਦੇ ਕੇ ਫਿਰ ਮਹਾਰਾਸ਼ਟਰ ਵੱਲ ਨੂੰ ਜਿਹੜਾ ਤੋਰਿਆ ਜਾਂਦਾ ਵੀ ਚੱਲ ਹੁਣ ਮੁੰਬਈ ਵਾਲੀ ਸਾਈਡ ਦੇ ਉੱਤੇ। ਉਹ ਇੱਥੇ ਆਉਣ ਤੋਂ ਪਹਿਲਾਂ ਸਿੱਧਾ ਅਟੈਕ ਸ਼ਿਵ ਸੈਨਾ ਦੇ ਉੱਤੇ ਕਰਦੀ ਹੈ, ਉਧਵ ਠਾਕਰੇ ਦੇ ਉੱਤੇ ਕਰਦੀ ਹੈ। ਕਿਉਂਕਿ ਸ਼ਿਵ ਸੈਨਾ ਦੀ ਕਾਟ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਮਾਊਥਪੀਸ ਚਾਹੀਦਾ। ਉਹ ਇਸ ਵੇਲੇ ਦੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੀ ਸਪੋਕਸ ਪਰਸਨ ਵਜੋਂ ਬੋਲ ਰਹੀ ਹੈ। ਜੇ ਤੁਸੀਂ ਸਾਰੇ ਬਿਆਨ ਉਹਦੇ ਪੜ੍ਹੋ, ਕੱਲ ਉਹ ਇੱਕ ਵੱਡਾ ਪੱਤਾ ਖੇਡਦੀ ਹੈ, ਉਹ ਕਸ਼ਮੀਰੀ ਪੰਡਤਾਂ ਵਾਲਾ ਪੱਤਾ, ਉਹੀ ਜੋ ਹਿੰਦੂ ਮੁਸਲਿਮ ਜਿਹੜਾ ਜੀ ਉਹ ਵਾਦ ਉਹਦੇ ਤੋਂ ਸਿੱਧਾ। ਕਿਉਂਕਿ ਮਹਾਰਾਸ਼ਟਰ ਦੇ ਵਿੱਚ ਖਾਸ ਤੌਰ ਦੇ ਉੱਤੇ ਮੁੰਬਈ ਦੇ ਵਿੱਚ ਕੀ ਹੋਇਆ, ਸ਼ਿਵ ਸੈਨਾ ਦੇ ਨਾਲ ਉੱਥੇ ਮੁਸਲਿਮ ਜਥੇਬੰਦੀਆਂ ਕੁਝ ਆ ਕੇ ਜਿਹੜੀਆਂ ਉਹ ਖੜੀਆਂ ਹੋ ਗਈਆਂ ਕਿ ਹਾਂ ਅਸੀਂ ਜਿਹੜਾ ਵੀ ਉਹ ਵਿਰੋਧ ਕਰਾਂਗੇ। ਜਦੋਂ ਉਹ ਜਥੇਬੰਦੀਆਂ ਖੜੀਆਂ ਹੋਈਆਂ ਤਾਂ ਉਹਦੇ 'ਚੋਂ ਕਸ਼ਮੀਰੀ ਪੰਡਤਾਂ ਵਾਲਾ ਮੁੱਦਾ ਜਿਹੜਾ ਜੀ ਉਹ ਕੱਢ ਦਿੱਤਾ। ਕਰਨੀ ਸੈਨਾ ਜਿਹੜੀ ਉਹ ਇਹਨਾਂ ਦੀ ਹੋਈ ਹੈ। ਜਦੋਂ ਇੱਥੇ ਇੱਕ ਫਿਲਮ ਰਿਲੀਜ਼ ਹੋਣੀ ਸੀ ਦੀਪਿਕਾ ਪਾਦੂਕੋਣ ਦੀ, ਪਦਮਾਵਤੀ ਫਿਲਮ ਦਾ ਨਾਮ ਸੀਗਾ,
ਮੁੜ ਕੇ ਉਹਦੀ ਦਿਹਾੜੀ ਕੱਟਣੀ ਪਈ ਸੀ। ਪਦਮਾਵਤ ਦੇ ਨਾਮ ਦੇ ਉੱਤੇ ਉਹ ਰਿਲੀਜ਼ ਹੋਈ ਸੀ। ਬੜੀਆਂ ਅੱਗਾਂ ਲੱਗੀਆਂ ਸੀ। ਇਹ ਜਿਹੜੀ ਦੀਪਿਕਾ ਪਾਦੂਕੋਣ ਸੀ, ਉਹ ਜਿਹੜੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਦੋਂ ਸਟੂਡੈਂਟਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਸੀ, ਉੱਥੇ ਚਲੇ ਗਈ ਸੀ ਉਹਨਾਂ ਦੇ ਕੋਲੇ। ਇਹ ਟਰੋਲ ਆਰਮੀ ਨੇ ਜੋ ਕੁਛ ਉਸ ਜਿਹੜੀ ਸੀਗੀ ਦੀਪਿਕਾ ਪਾਦੂਕੋਣ ਦੇ ਬਾਰੇ ਦੇ ਵਿੱਚ ਲਿਖਿਆ ਬੋਲਿਆ ਸੀ, ਉਹ ਏਅਰ ਤੇ ਸਾਂਝਾ ਨਹੀਂ ਕੀਤਾ ਜਾ ਸਕਦਾ। ਇਹ ਕਰਨੀ ਸੈਨਾ ਜਿਹੜੀ ਸੀ, ਦੀਪਿਕਾ ਪਾਦੂਕੋਣ ਦਾ ਨੱਕ ਵੱਢ ਕੇ ਲਿਆਉਣ ਵਾਲੇ ਤੇ ਉਹਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦਿੰਦੀ ਸੀ। ਉਹ ਇਹ ਕਹਿੰਦੀ ਕੱਲ ਕਿ ਇਹ ਜੋ ਕੁਛ ਕੀਤਾ ਜਾ ਰਿਹਾ ਕੰਗਨਾ ਰਣੌਤ ਦੇ ਨਾਲ, ਇਹ ਔਰਤ ਜਾਤ ਦੀ ਜਿਹੜੀ ਹੈ ਜੀ ਉਹ ਇਨਸਲਟ ਕੀਤੀ ਜਾ ਰਹੀ ਹੈ। ਹੋਊਗੀ ਸ਼ਾਇਦ ਉਹਨਾਂ ਦੇ, ਪਰ ਦੀਪਿਕਾ ਪਾਦੂਕੋਣ ਵੀ ਤਾਂ ਔਰਤ ਹੈ ਇੱਕ। ਉਹਨੂੰ ਰੇਪ ਕਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਸੀਗੀਆਂ। ਰੀਆ ਚੱਕਰਵਰਤੀ ਉਹ ਕਸੂਰਵਾਰ ਹੈ ਜਾਂ ਨਹੀਂ ਹੈ, ਇਹ ਏਜੰਸੀਆਂ ਦੱਸਣਗੀਆਂ। 3 ਏਜੰਸੀਆਂ ਲੱਗੀਆਂ ਹੋਈਆਂ ਨੇ, ਉਹਨਾਂ ਨੂੰ ਜਾਂਚ ਕਰ ਲੈਣ ਦਿਓ। ਜੋ ਹਸ਼ਰ ਉਹਦਾ ਕੀਤਾ ਪਿਆ ਕੈਮਰੇ ਵਾਲਿਆਂ ਨੇ, ਗੋਦੀ ਮੀਡੀਆ ਨੇ ਤੇ ਆ ਕਰਨੀ ਸੈਨਾ ਵਰਗੀਆਂ ਜਿਹੜੀਆਂ ਉਹਨਾਂ ਜਥੇਬੰਦੀਆਂ ਨੇ, ਇਹ ਤਾਂ ਆਪ ਹੀ ਏਜੰਸੀਆਂ ਬਣੀਆਂ ਬੈਠੇ ਨੇ, ਇਹ ਆਪ ਹੀ ਅਦਾਲਤਾਂ ਬਣੀਆਂ ਬੈਠੀਆਂ ਨੇ। ਔਰਤ ਤਾਂ ਔਰਤ ਹੈ ਨਾ, ਇਹ ਤਾਂ ਨਾ ਕਹੋ ਕਿ ਪਿਕ ਕਰਕੇ ਜਿਹੜੀ ਔਰਤ ਹੈ ਉਹਦੀ ਇੱਜ਼ਤ ਦੀ ਸਾਨੂੰ ਬਹੁਤ ਫਿਕਰ ਹੈ। ਦੀਪਿਕਾ ਪਾਦੂਕੋਣ ਵੀ ਔਰਤ ਸੀ, ਉਹਦਾ ਤੁਸੀਂ ਨੱਕ ਵੀ ਵੱਢ ਰਹੇ ਹੋ, ਉਹਦਾ ਤੁਸੀਂ ਗਲ ਵੀ ਵੱਢ ਰਹੇ ਹੋ। ਰੀਆ ਚੱਕਰਵਰਤੀ ਦੇ ਪੋਤੜੇ ਤੱਕ ਤੁਸੀਂ ਜਿਹੜਾ ਜੀ ਉਹ ਫਰੋਲ ਕੇ ਰੱਖ ਦਿੱਤੇ। ਕੰਗਨਾ ਰਣੌਤ ਦੇ ਉੱਤੇ ਗੱਲ ਆਈ ਤੇ ਇਹਨਾਂ ਨੂੰ ਇਹ ਲੱਗਦਾ ਕਿ ਇਹ ਔਰਤ ਦੀ ਬੇਪਤੀ ਜਿਹੜੀ ਉਹ ਕੀਤੀ ਜਾ ਰਹੀ ਹੈ। ਆਈ ਥਿੰਕ ਇਸ ਵੇਲੇ ਜਿਹੜੀ ਕੰਗਨਾ ਰਣੌਤ ਆ ਬੈਠ ਰਹੇ ਆ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਗਰਮ ਮੈਂਬਰਸ਼ਿਪ ਆ ਉਹ ਲੈ ਲਵੇ, ਤਾਂ ਜਿਹੜਾ ਜੀ ਉਹ ਇਹਦੇ ਵਿੱਚ ਕਿਸੇ ਨੂੰ ਕੋਈ ਬਹੁਤੀ ਹੈਰਾਨਗੀ ਨਹੀਂ ਹੋਣੀ, ਕਿਉਂਕਿ ਉਹ ਮਾਊਥ ਪੀਸ ਜਿਹੜਾ ਜੀ ਉਹ ਬਣੀ ਹੋਈ ਹੈ ਇਸ ਵੇਲੇ ਇਹਨਾਂ ਵਿੱਚ ਜੋ ਉਹ ਗੱਲਾਂ ਕਰ ਰਹੀ ਹੈ। ਔਰ ਖਾਸ ਤੌਰ ਦੇ ਉੱਤੇ ਕੱਲ ਜਿਹੜਾ ਉਹਨੇ ਕਸ਼ਮੀਰੀ ਪੰਡਤਾਂ ਵਾਲਾ ਇਸ਼ੂ ਹੋਇਆ, ਉਹਦਾ ਇਸ ਸਭ ਕਾਸੇ ਦੇ ਨਾਲ ਕੀ ਲੈਣਾ ਦੇਣਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਦੇ ਉੱਤੇ, ਮੁੰਬਈ ਫਿਲਮ ਇੰਡਸਟਰੀ ਦੇ ਵਿੱਚ ਫੈਲੇ ਭਾਈ ਭਤੀਜਾਵਾਦ ਦੇ ਉੱਤੇ, ਰੀਆ ਚੱਕਰਵਰਤੀ ਦੇ ਡਰੱਗ ਵਾਲੇ ਮਾਮਲੇ ਦੇ ਉੱਤੇ, ਇਹਦੇ ਨਾਲ ਕਸ਼ਮੀਰੀ ਪੰਡਤ ਕਿੱਥੋਂ ਆ ਗਏ? ਬਸ ਆਹੀ ਪੁਆਇੰਟ ਹੈ। ਜੇ ਸਮਝ ਆਉਂਦਾ ਤੇ ਆ ਸਾਰਾ ਜੋ ਕੁਝ ਜਗਣ ਪਿਆ ਜੀ ਉਹ ਫਿਰ ਸਮਝ ਆਦੀ ਹੈ। ਲੋਕਾਂ ਦਾ ਧਿਆਨ ਇੱਧਰ ਉੱਧਰ ਖਿੱਚਣਾ ਆ। ਤੇ ਬਠਿੰਡਾ ਥਰਮਲ ਪਲਾਂਟ ਦੀ ਗੱਲ ਕਰੀਏ, ਉੱਥੇ ਸੋਲਰ ਦਾ ਪਲਾਂਟ ਲਾਉਣ ਦਾ ਲਾਰਾ। ਦੇਖੋ ਇਹਦਾ ਕਿਉਂਕਿ ਵਿਰੋਧ ਹੋ ਰਿਹਾ ਬਹੁਤ, ਜਿਹੜੇ ਲੋਕਲ ਵੀ ਕਰ ਰਹੇ ਆ, ਓਵਰਆਲ ਪੰਜਾਬ ਦੇ ਵਿੱਚ ਵੀ ਹੋ ਰਿਹਾ। ਸਰਕਾਰ ਨੇ ਇਹਨੂੰ ਵੇਚਣ ਦੀ ਗੱਲ ਜਿਹੜੀ ਜੀ ਉਹ ਕੀਤੀ ਸੀਗੀ। ਵੈਸੇ ਇਹ ਮਾਮਲਾ ਜਿਹੜਾ ਵੀ ਲਿਜਾਇਆ ਗਿਆ ਸੀਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਵੀ, ਪਰਾਲੀ ਦੇ ਨਾਲ ਚਲਾ ਲਓ ਇਹਦਾ ਇੱਕ ਯੂਨਿਟ ਜਿਹੜਾ ਇੱਕ ਤਾਂ ਮਾਲਵੇ ਦੀ ਪਰਾਲੀ ਸੰਭਾਲੀ ਜਾਊਗੀ, ਦੂਜਾ ਬਿਜਲੀ ਬਣੂਗੀ। ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਨੇ ਬਾਲ ਸੁੱਟਤੀ ਰਾਜ ਸਰਕਾਰ ਵੱਲ ਨੂੰ ਤੇ ਦੱਸੋ ਵੀ ਲਾ ਦਈਏ, ਜੇ ਤੁਸੀਂ ਕਹੋ ਤੇ ਲਾ ਦਾਂਗੇ। ਸਰਕਾਰ ਕਿਵੇਂ ਲਾਉਣ ਦੀ ਪਰਮਿਸ਼ਨ ਦੇ ਸਕਦੀ ਹੈ? ਉਹਨੂੰ ਤਾਂ ਇਹ ਦਿੰਦਾ ਕਿ ਜ਼ਮੀਨ ਸੋਨਾ ਪ੍ਰਾਈਮ ਪ੍ਰਾਪਰਟੀ ਆ, ਪੈਸਾ ਬੜਾ ਬਚਣਾ ਉਹਦੇ ਵਿੱਚੋਂ। ਜਦੋਂ ਕੱਟ ਕੇ ਕਲੋਨੀਆਂ ਉੱਥੇ ਜਿਹੜੀਆਂ ਦੀ ਉਹ ਵੇਚੀਆਂ ਜਾਣਗੀਆਂ, ਉਹਦੇ ਉੱਤੇ ਅੱਖ ਹੈ, ਬਾਜ਼ ਅੱਖ ਹੈ ਸਿਆਸਤਦਾਨਾਂ ਦੀ, ਮੋਟਾ ਪੈਸਾ, ਕਈ ਹਜ਼ਾਰ ਕਰੋੜ ਦਾ ਜਿਹੜਾ ਜੀ ਪੈਸਾ ਇਹਨਾਂ ਨੇ ਬਣਾਉਣਾ। ਹੁਣ ਜਿਹੜਾ ਇਹ ਥਰਮਲ ਪਲਾਂਟ ਹੈ ਬਠਿੰਡਾ, ਇਹਦੇ ਵਾਸਤੇ ਇੱਕ ਨਵਾਂ ਪੱਤਾ ਜਿਹੜਾ ਜੀ ਉਹ ਸਾਹਮਣੇ ਆਇਆ। ਪੰਜਾਬ ਊਰਜਾ ਵਿਕਾਸ ਏਜੰਸੀ ਜਿਹੜੀ ਪੇਡਾ, ਉਹਨੇ ਬਠਿੰਡਾ ਥਰਮਲ ਦੀ ਖਾਲੀ ਪਈ ਜ਼ਮੀਨ ਦੇ ਉੱਤੇ ਸੋਲਰ ਪਾਵਰ ਪਲਾਂਟ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਇਹ ਹੁਣ ਮੁੱਖ ਮੰਤਰੀ ਦੇ ਪਾਲੇ ਚ ਗੇਂਦ ਜਿਹੜੀ ਜੀ ਉਹ ਚਲੇਗੀ। ਫੇਰ ਪੰਜਾਬ ਸਰਕਾਰ ਨੇ ਥਰਮਲ ਜ਼ਮੀਨ ਤੇ ਪਹਿਲਾਂ ਪਰਾਲੀ ਨਾਲ ਯੂਨਿਟ ਜਿਹੜਾ ਜੀ ਲਾਉਣ ਤੇ ਸੋਲਰ ਪਲਾਂਟ ਦੀ ਯੋਜਨਾ ਨੂੰ ਠੰਡੇ ਬਸਤੇ ਚ ਪਾ ਦਿੱਤਾ ਸੀ, ਪਰ ਹੁਣ ਪੇਡਾ ਨੇ ਫੇਰ ਜਿਹੜਾ ਜੀ ਇਹਨੂੰ ਮੰਗਵਾਇਆ ਗਿਆ ਹੋ ਸਕਦਾ। ਉਹਦਾ ਰੀਜ਼ਨ ਜਿਹੜਾ ਜੀ ਇਹ ਆ ਕਿ ਆਹ ਪੱਤਾ ਖੇਡ ਕੇ ਦੇਖੋ, ਆਪਾਂ ਉਹ ਖਾਲੀ ਪਈ ਜ਼ਮੀਨ ਦੇ ਉੱਤੇ ਸੋਲਰ ਵਾਲੀ ਜਿਹੜੀ ਹੈ ਜੀ ਉਹ ਗੱਲ ਕਰ ਸਕਦੇ, ਫਿਰ ਉਹਦੀ ਆੜ ਚ ਬਾਕੀ ਢਾਲਾਂਗੇ। ਜਿਹੜਾ ਪੇਡਾ ਦੇ ਚੇਅਰਮੈਨ ਨੇ ਉਹਨੇ ਮੁੱਖ ਮੰਤਰੀ ਹੋਰਾਂ ਨੂੰ ਇੱਕ ਚਿੱਠੀ ਜਿਹੜੀ ਲਿਖੀ ਹੈ, ਜਿਹਦੇ ਵਿੱਚ ਬਠਿੰਡਾ ਥਰਮਲ ਦੀ ਸਵਾਹ ਭੰਡਾਰਨ ਵਾਲੀ ਜ਼ਮੀਨ ਜਿਹੜੀ ਆ ਉਹ 100 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਲਾਏ ਜਾਣ ਦੀ ਤਜਵੀਜ਼ ਨੂੰ ਪ੍ਰਵਾਨ ਕਰਨ ਦੇ ਵਾਸਤੇ ਆਖਿਆ। ਮੈਂ ਇੱਕ ਦਿਨ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਇਹ ਸਵਾਹ ਆ ਇਹ ਵਿਖਦੀ ਆ ਸਾਰੀ, ਕਿਉਂਕਿ ਇਹ ਇੱਟਾਂ ਦੇ ਜਿਹੜੇ ਭੱਠੇ ਆ ਜੀ ਉਹਦੇ ਵਿੱਚ ਪੈਂਦੀ ਆ, ਇੱਟਾਂ ਚ ਪੈਂਦੀ ਆ, ਸੀਮੈਂਟ ਦੇ ਵਿੱਚ ਪੈਂਦੀ ਆ, ਤੇ ਉਹ ਪਿਛਲਾ ਗੇਟ ਖੋਲ ਕੇ ਇਹ ਰਾਜਨੀਤਿਕ ਜਿਹੜੇ ਜੀ ਉਹ ਸ਼ਰੇਆਮ ਚੋਰੀ ਉੱਥੋਂ ਕਰ ਰਹੇ ਆ। 4-4 ਹਜ਼ਾਰ 5-5 ਹਜ਼ਾਰ ਦਾ ਟਰੱਕ ਜਿਹੜਾ ਜੀ ਉਹ ਵਿਕ ਰਿਹਾ, ਉਹਨੂੰ ਵੇਚੀ ਜਾ ਰਹੇ ਆ। ਜਿਹੜੀ ਇਹ ਸਵਾਹ ਵਾਲੀ ਜਗ੍ਹਾ ਹੁਣ ਇਹ ਪੇਡਾ ਮੰਗਦਾ ਕਿ ਅਸੀਂ ਇੱਥੇ ਜਿਹੜਾ ਜੀ ਉਹ ਸੋਲਰ ਪਲਾਂਟ ਜਿਹੜਾ ਉਹ ਲਾ ਦੇਵਾਂਗੇ। ਇਹ ਜਿਹੜਾ ਜੀ ਉੱਥੇ ਬਠਿੰਡੇ ਦੇ ਨੇੜੇ ਤੇੜੇ ਵਾਲੇ ਜਿਹੜੇ ਆ ਜੀ ਉਹ ਇਹ ਸੋਚਦੇ ਆ ਕਿ ਇਹ ਜ਼ਮੀਨ ਥਰਮਲ ਦੀ ਜ਼ਮੀਨ ਨਹੀਂ ਵਿਕਣੀ ਚਾਹੀਦੀ। ਐਕਚੁਅਲੀ ਇਹ ਸਰਕਾਰ ਦੀ ਜ਼ਮੀਨ ਹੈ ਨਹੀਂ, ਇਹ ਲੋਕਾਂ ਦੀ ਜ਼ਮੀਨ ਹੈ।
ਲੋਕਾਂ ਤੋਂ ਲਈ ਗਈ ਆ। ਜਿਹੜਾ ਪੈਸਾ ਲੱਗਿਆ ਉਹਦੇ ਉੱਤੇ ਲੋਕਾਂ ਦਾ ਟੈਕਸ ਪੇਅਰ ਦਾ ਪੈਸਾ, ਉਹਦੇ ਨਾਲ ਬਠਿੰਡਾ ਥਰਮਲ ਪਲਾਂਟ ਲੱਗਿਆ ਸੀ। ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਜਿਹੜਾ ਜੀ ਉਹ ਬੰਦ ਕਰ ਦਿੱਤਾ। ਜੇ ਤਾਂ ਇਹ ਲਗਾਤਾਰ ਚੱਲਦਾ ਤਾਂ ਬਿਜਲੀ ਸਸਤੀ ਪੈਂਦੀ। ਦੇਖੋ ਥਰਮਲ ਵਾਲੀ ਜਿਹੜੀ ਬਿਜਲੀ ਆ ਉਹ ਪੰਜਾਬ ਦੇ ਵਿੱਚ ਇਹ ਸਾਜ਼ਿਸ਼ ਨੂੰ ਤੁਹਾਨੂੰ ਸਮਝਣਾ ਪਊਗਾ ਕਿ ਜਦੋਂ ਤੁਸੀਂ ਜਿਹੜਾ ਕੋਲਾ ਐਡੀ ਦੂਰ ਤੋਂ ਜਿਹੜਾ ਝਾਰਖੰਡ ਤੋਂ ਲਿਆਉਂਦੇ ਹੋ, ਇਹ ਥਰਮਲ ਉੱਥੇ ਲਾਏ ਜਾ ਸਕਦੇ ਸੀ। ਲਾਈਨ ਜਿਹੜੀ ਜੀ ਉਹ ਖਿੱਚ ਕੇ ਲਿਆਂਦੀ ਜਾ ਸਕਦੀ, ਪਰ ਫਿਰ ਪੈਸਾ ਨਹੀਂ ਸੀ ਬਚਣਾ। ਕਿੰਨਾ ਕੋਲਾ ਜਿਹੜਾ ਜੀ ਉਹ ਸਫ਼ਰ ਕਰਕੇ ਆਉਂਦਾ, ਚਾਹੇ ਗੋਇੰਦਵਾਲ ਸਾਹਿਬ ਦੇ ਵਿੱਚ ਲੱਗਿਆ, ਚਾਹੇ ਰਾਜਪੁਰਾ ਦੇ ਵਿੱਚ ਥਰਮਲ ਜਿਹੜਾ ਜੀ ਉਹ ਲੱਗਿਆ। ਇਹ ਸਭ ਪੈਸੇ ਜਿਹੜਾ ਜੀ ਉਹ ਖਾਣ ਦੇ ਵਾਸਤੇ ਕੀਤਾ ਗਿਆ। ਹੁਣ ਦੇਖਣਾ ਇਹ ਹੋਊਗਾ ਕਿ ਜਿਹੜੀ ਪੇਡਾ ਨੇ ਜਿਹੜੀ ਚਿੱਠੀ ਲਿਖੀ ਆ ਇਹਦੇ ਬਾਰੇ ਦੇ ਵਿੱਚ ਕੀ ਹੁੰਦਾ ਹੋਣਾ। ਜਿਹੜਾ ਜੀ ਉਹ ਕੀ ਮੈਂ ਤੁਹਾਨੂੰ ਇਸ਼ਾਰਾ ਜਿਹੜਾ ਜੀ ਉਹ ਦੱਸ ਦਿੰਦਾ, ਇਹ ਕਿਹਾ ਜਾਊਗਾ ਵੀ ਹਾਂ ਅਸੀਂ ਥਰਮਲ ਜਿਹੜਾ ਸੋਲਰ ਪਲਾਂਟ ਆ ਉਹਦੇ ਵਾਸਤੇ ਸੋਚ ਸਕਦੇ ਹਾਂ। ਉਹ ਸੋਲਰ ਲਈ ਉਨੀ ਕੁ ਜ਼ਮੀਨ ਛੱਡ ਕੇ ਬਾਕੀ ਜਿਹੜੀ ਹੈ ਜੀ ਉਹ ਹੜਪ ਲਈ ਜਾਊਗੀ, ਉਹ ਵੇਚੀ ਜਾਊਗੀ। ਵੇਚਣ ਦੇ ਵਿੱਚ ਫਿਰ ਸਭ ਨੂੰ ਪਤਾ ਕਿ ਕਿੰਨਾ ਦੀ ਉਹਦੇ ਵਿੱਚ ਹਿੱਸੇ ਪੱਤੀਆਂ ਹੋਣੇ। ਜੀ ਜੀ। ਤੇ ਅੱਗੇ ਸੂਬਿਆਂ ਦਾ ਬਚਦਾ ਬਕਾਇਆ ਦੇਣ ਦੀ ਜੇ ਗੱਲ ਕਰੀਏ ਤਾਂ ਕੇਂਦਰ ਦੇ ਹੱਥ ਖੜੇ ਹੋਣ ਲੱਗੇ। ਦੇਖੋ ਜਿਹੜੇ ਇਹ ਗੱਲ ਕਹਿੰਦੇ ਆ ਕਿ ਵੀ ਇਹ ਤਾਂ ਰੱਬ ਦੀ ਮਾਰ ਹੈ, ਤੋ ਇਹ ਵੀ ਹੁਣ ਪਤਾ ਲੱਗ ਰਿਹਾ ਕਿ GST ਮੁਆਵਜ਼ੇ ਦੀ ਅਦਾਇਗੀ ਨਾ ਹੋਣ ਕਰਕੇ ਸੂਬਿਆਂ ਦੇ ਵੱਲੋਂ ਜਿਹੜਾ ਵਿੱਤੀ ਵਰ੍ਹਾ 2021 ਆ ਇਹਦੇ ਵਿੱਚ 3 ਲੱਖ ਕਰੋੜ ਰੁਪਏ ਤੱਕ ਜਿਹੜਾ ਪੈਸਾ ਉਹਦੇ ਤੇ ਕਟੌਤੀ ਲਾਈ ਜਾ ਸਕਦੀ ਹੈ। ਕੇਂਦਰ ਦੇ ਵੱਲੋਂ ਸੂਬਿਆਂ ਨੂੰ ਪੂਰੇ GST ਮੁਆਵਜ਼ਿਆਂ ਦੀ ਅਦਾਇਗੀ ਜਿਹੜੀ ਆ ਉਹ ਨਾ ਦੇਣ ਦੇ ਕਾਰਨਾਂ ਕਰਕੇ ਸੂਬਿਆਂ ਦੇ ਵੱਲੋਂ 2021 ਦੇ ਵਿੱਚ 3 ਲੱਖ ਕਰੋੜ ਰੁਪਏ ਤੱਕ ਦੀ ਪੂੰਜੀ ਦੇ ਖਰਚ ਦੇ ਉੱਤੇ ਕਟੌਤੀ ਜਿਹੜੀ ਆ ਉਹ ਲਾਈ ਜਾ ਸਕਦੀ ਹੈ। ਅਜੇ ਵੀ ਜਿਹੜਾ ਦੀ ਸਮਝ ਨਹੀਂ ਆ ਰਿਹਾ ਕਿ ਸੀਤਾਰਮਨ ਹੋਰੀ ਇਸ ਜਿਹੜਾ ਅਦਾਰਾ ਉਹਨਾਂ ਨੂੰ ਵਿੱਤ ਮੰਤਰਾਲੇ ਦਾ ਦਿੱਤਾ ਇਹਨੂੰ ਚਲਾ ਕਿਵੇਂ ਜਿਹੜਾ ਦੀ ਉਹ ਰਹੇ ਆ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦੇ ਵਿੱਚ ਇਹ ਗੱਲ ਕਹੀ ਆ ਕਿ ਕੇਂਦਰ ਸਰਕਾਰ ਦੇ ਵੱਲੋਂ GST ਦੇ ਘਾਟੇ ਕਰਕੇ ਸੂਬਾ ਸਰਕਾਰਾਂ ਨੂੰ ਬਣਦਾ ਮੁਆਵਜ਼ਾ ਦੇਣ ਤੋਂ ਨਾ ਕਰਨਾ ਇਹ ਕੋਆਪਰੇਟਿਵ ਫੈਡਰਲਿਜ਼ਮ ਦੀ ਭਾਵਨਾ ਨੂੰ ਸੱਟ ਮਾਰੂਗਾ। ਮਮਤਾ ਬੈਨਰਜੀ ਨੇ ਇਸ ਚਿੱਠੀ ਦੇ ਵਿੱਚ ਜਿਹੜਾ ਦੀ ਯਾਦ ਕਰਾਇਆ ਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਵੀ GST ਦਾ ਵਿਰੋਧ ਕੀਤਾ ਸੀ ਤੇ ਉਸ ਵੇਲੇ ਅਰੁਣ ਜੇਤਲੀ ਜਿਹੜੇ ਬਾਅਦ ਦੇ ਵਿੱਚ ਭਾਰਤ ਦੇ ਖਜ਼ਾਨਾ ਮੰਤਰੀ ਬਣਦੇ ਆ, ਫਾਈਨੈਂਸ ਮਿਨਿਸਟਰ ਬਣਦੇ ਆ, ਜਦੋਂ ਵਿਰੋਧ ਕਰ ਰਹੀ ਸੀ ਭਾਰਤੀ ਜਨਤਾ ਪਾਰਟੀ, ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ, ਉਹਨਾਂ ਨੇ ਅਰੁਣ ਜੇਤਲੀ ਦੇ ਬਿਆਨ ਦਾ ਜ਼ਿਕਰ ਕੀਤਾ। ਉਹਨਾਂ ਨੇ ਉਦੋਂ ਇਹ ਗੱਲ ਕਹੀ ਸੀ ਕਿ ਤੁਸੀਂ ਵਿਰੋਧ ਕਿਉਂ ਕਰਦੇ ਹੋ। ਅਰੁਣ ਜੇਤਲੀ ਦਾ ਕਹਿਣਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਕੇਂਦਰ ਦੀ ਸਰਕਾਰ GST ਲਾਗੂ ਕਰਨ ਦੇ ਨਾਲ ਸੂਬਾ ਸਰਕਾਰਾਂ ਨੂੰ ਪੈਣ ਵਾਲੇ ਘਾਟੇ ਦਾ ਮੁਆਵਜ਼ਾ ਸੂਬਿਆਂ ਨੂੰ ਦੇਊਗੀ। ਮਮਤਾ ਬੈਨਰਜੀ ਨੇ ਕਿਹਾ ਕਿ ਇਹ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਇਹ ਗੱਲ ਉਠਾਉਂਦੇ ਸੀ ਤੇ ਅੱਜ ਅਰੁਣ ਜੇਤਲੀ ਦੇ ਬਿਆਨ ਉਦੋਂ ਜਿਹੜੇ ਵਿਰੋਧੀ ਧਿਰ ਦੇ ਆਗੂ ਵਜੋਂ ਜਿਹੜੇ ਦਿੱਤੇ ਗਏ ਸੀ ਉਹ ਸੱਚ ਹੋ ਰਹੇ ਆ। GST ਸੰਵਿਧਾਨ ਦੇ ਵਿੱਚ ਸੋਧ ਕਰਕੇ ਲਾਇਆ ਗਿਆ ਸੀ। ਇਹਨੂੰ ਲਾਉਣ ਲਈ ਸੂਬਾ ਸਰਕਾਰਾਂ ਨੇ ਇਸ ਲਈ ਸਹਿਮਤੀ ਦੇ ਦਿੱਤੀ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਇਹ ਯਕੀਨ ਦਿਵਾਇਆ ਸੀਗਾ ਕਿ 5 ਸਾਲਾਂ ਜੇ GST ਲਾਉਣ ਦੇ ਨਾਲ ਉਹਨਾਂ ਨੂੰ ਜਿਹੜਾ ਪ੍ਰਾਪਤ ਹੋਣ ਵਾਲਾ ਹਿੱਸਾ ਉਹਦੇ 'ਚ 14% ਸਾਲਾਨਾ ਵਾਧਾ ਨਹੀਂ ਹੁੰਦਾ ਤਾਂ ਉਹ ਕੇਂਦਰ ਦੀ ਸਰਕਾਰ ਇਹ ਘਾਟਾ ਝੱਲੂਗੀ ਤੇ ਸੂਬੇ ਨੂੰ ਉਹਨਾਂ ਪੈਸਾ ਜਿਹੜਾ ਜੀ ਉਹ ਐਕਸਟਰਾ ਮਿਲ ਜੂਗਾ। ਹੁਣ ਕੇਂਦਰ ਦੀ ਸਰਕਾਰ ਇਹ ਮੁਆਵਜ਼ਾ ਦੇਣ ਤੋਂ ਇਹ ਕਹਿ ਕੇ ਮੁੱਕਰ ਰਹੀ ਹੈ ਕਿ GST ਲਾਉਣ ਦੇ ਨਾਲ ਉਨੀ ਆਮਦਨ ਨਹੀਂ ਹੋਈ ਜਿੰਨੀ ਦੀ ਉਮੀਦ ਸੀ। ਕੇਂਦਰੀ ਵਿੱਤ ਮੰਤਰੀ ਜਿਹੜੇ ਨੇ ਨਿਰਮਲਾ ਸੀਤਾਰਮਨ ਉਹ COVID-19 ਜਿਹੜਾ ਚੱਲ ਰਿਹਾ ਉਹਨੇ ਦੇ ਵਿੱਚ ਇਹਨੂੰ ਰੱਬ ਦੀ ਕਰਨੀ ਜਿਹੜਾ ਜੀ ਉਹ ਦੱਸ ਕੇ ਇਹ ਕਿਹਾ ਕਿ ਵਾਅਦਾ ਕੇਂਦਰ ਦੀ ਸਰਕਾਰ ਹੁਣ ਪੂਰਾ ਨਹੀਂ ਜਿਹੜਾ ਜੀ ਉਹ ਕਰ ਰਹੀ। ਪੰਜਾਬ ਵਰਗੇ ਸੂਬੇ ਜਿਹੜੇ ਆ ਜੀ ਉਹ ਡੋਲੇ ਪਏ ਆ ਕਿਉਂਕਿ ਇਹ ਹੱਥ ਵੱਢ ਕੇ ਦੇ ਦਿੱਤੇ। ਆਹ ਲਫ਼ਜ਼ ਜਿਹੜਾ ਹੱਥ ਵੱਢ ਕੇ ਦੇਣ ਵਾਲਾ ਕਿੰਨੇ ਸਮੇਂ ਤੋਂ ਇਸੇ ਪਲੇਟਫਾਰਮ ਦੇ ਉੱਤੇ ਮੈਂ ਵਾਰ-ਵਾਰ ਜਿਹੜਾ ਜੀ ਉਹ ਬੋਲਿਆ ਕਿ ਇਹ ਹੱਥ ਵੱਢ ਕੇ ਤੁਸੀਂ ਦੇ ਰਹੇ ਹੋ। ਜਿਹੜੇ ਪੰਜਾਬ ਦੇ ਮੌਜੂਦਾ ਖਾਲੀ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ ਉਹ ਇੱਕ ਬਹੁਤ ਵੱਡੇ ਸਪੋਰਟਰ ਰਹੇ ਆ GST ਦੇ। ਜਦੋਂ ਇਹ ਮਾਮਲਾ ਚੱਲ ਰਿਹਾ ਸੀ ਉਹ ਕਹਿੰਦੇ ਸੀ ਕਿ ਇਹ ਤਾਂ ਮੁਲਕ ਦੇ ਵਿੱਚ ਇੱਕ ਐਸੀ ਚੀਜ਼ ਆ ਜਾਊਗੀ ਜਿਹੜੀ ਕਿ ਸੂਬਿਆਂ ਨੂੰ ਬਹੁਤ ਤਾਂ ਲੈ ਜੂ। ਅੱਜ ਜਿਹੜਾ ਦੀ ਉਹ ਇਹ ਕਹਿ ਰਹੇ ਮਾਰੇ ਗਏ ਅਸੀਂ। ਇਹਦਾ ਮਤਲਬ ਜਿਹੜਾ ਇਹ ਹੋਇਆ ਨਾ ਕਿਤੇ ਕਿ ਤੁਸੀਂ ਬਿਨਾਂ ਪੜ੍ਹੇ ਸੁਣੇ ਤੋਂ ਯਕੀਨ ਕਰ ਲਿਆ ਕਿ ਇਹ ਸਾਰਾ ਕੁਝ ਠੀਕ ਚੱਲੂਗਾ। ਅੱਜ ਸੂਬਿਆਂ ਦਾ ਜੋ ਹਸ਼ਰ ਜਿਹੜਾ ਦੀ ਉਹ ਹੋ ਗਿਆ ਜਾਂ ਆਉਂਦੇ ਦਿਨਾਂ ਦੇ ਦੌਰਾਨ ਹੋ ਜਾਣਾ ਇਹ ਤੁਸੀਂ ਵੇਖਦੇ ਜਾਣਾ ਕਿ ਐਕਚੁਅਲੀ ਜੋ ਕੁਝ ਸਭ ਕੁਝ ਸੈਂਟਰ ਨੇ ਆਪਣੇ ਅੰਡਰ ਜਿਹੜਾ ਜੀ ਉਹ ਕਰ ਲਿਆ। ਅੰਡਰ ਕਰਨ ਤੋਂ ਬਾਅਦ ਭਿਖਾਰੀ ਨਾ ਬਣਾਤਾ ਸੂਬਿਆਂ ਨੂੰ ਤੇ ਤਾਂ ਕਹਿਣਾ ਜੀ ਇੱਕ ਛੋਟੀ ਚੀਜ਼ ਦੇ ਵਾਸਤੇ
सूबे जिहड़े ने उन्हां नूं केंद्र दे मूँह वल वेखना पऊगा। इसे लई जिहड़े आ खेती सैक्टर दे बारे दे विच आ रहे हैं ना जी बिल, इहदा विरोध करना जिहड़ा वो जरूरी है कि ये तुहाडा मंडी ढांचा तबाह हो जाना, और मंडी ढांचा तबाह होने दे नाल इहदा सीधा असर जिहड़ा जी पिंडां दी विच हुंदी डिवेलपमेंट, ईवन पिंडां नूं जांदियां सड़कां, लिंक सड़कां जिहड़ियां ਉਹਦੇ वास्ते भी ਤੁਹਾਨੂੰ हथ अड्डणे पैणगे जाके कि मेरे पिंड दी सड़क जिहड़ी ਉਹ टुट गई, केंद्र दी सरकार बनवावे ਜਾਂ ना बनवावे, ਉਹ फिर कह सकदी रब दी करनी है मन्नो। बिल्कुल जी, कई बार लोग ना सोचते नहीं, उस टाइम ते नहीं सोचते, अपने अगे लिए नहीं सोचते। ਤਾਂ ਦੂਸਰਾ ਪਟਿਆਲੇ ਦੇ ਵਿੱਚ ਇੱਕ ਸ਼ੈਲਟਰ ਹੋਮ ਆ ਜਿਸ ਦੇ ਵਿੱਚ ਲੋਕਾਂ ਨੂੰ ਸਰਕਾਰ ਕੋਲੋਂ ਇੱਕ ਡੰਗ ਦੀ ਰੋਟੀ ਦੇਣ ਦੇ ਲਈ ਵੀ ਕੁਝ ਨੇ। ਇਹਦੀ ਜਦੋਂ ਚੱਲ ਰਿਹਾ ਸੀਗਾ ਜੀ ਲੋਕਡਾਊਨ, ਉਹਦੇ ਦੌਰਾਨ ਪ੍ਰਵਾਸੀ ਮਜ਼ਦੂਰਾਂ ਲਈ ਪਟਿਆਲਾ ਦਾ ਇੱਥੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਹੈ, ਉਹਦੇ ਵਿੱਚ ਸ਼ੈਲਟਰ ਹੋਮ ਬਣਾਇਆ ਗਿਆ ਸੀਗਾ ਜੀ, ਔਰ ਪ੍ਰਸ਼ਾਸਨ ਨੇ ਹੁਣ ਇਹਦੇ ਤੋਂ ਆਪਣਾ ਪੂਰਾ ਹੱਥ ਖਿੱਚ ਲਿਆ। ਸ਼ੈਲਟਰ ਹੋਮ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਜੀ ਉਹਨਾਂ ਦਾ ਬੁਰਾ ਹਾਲ ਹੋ ਗਿਆ। ਭੁੱਖ ਮਿਟਾਉਣ ਦੇ ਵਾਸਤੇ ਉਹ ਗੁਰਦੁਆਰੇ ਜਿਹੜਾ ਜਾਂਦੇ ਨੇ, ਉੱਥੋਂ ਲੰਗਰ ਖਾ ਕੇ ਆ ਕੇ ਫਿਰ ਇੱਥੇ ਜਿਹੜਾ ਜੀ ਉਹ ਆਰਾਮ ਕਰਦੇ ਨੇ। ਇਹਦੇ 'ਚ ਬੇਸਹਾਰਾ ਹੋਮਲੈਸ ਲੋਕ ਜਿਹੜੇ ਜੀ ਉਹ ਸ਼ਾਮਲ ਨੇ, ਬਜ਼ੁਰਗ ਨੇ ਇਹਦੇ ਵਿੱਚ ਬਹੁਤ ਸਾਰੇ। ਕਰੋਨਾ ਵਾਇਰਸ ਕਰਕੇ ਜਦੋਂ ਇਹ ਲੋਕਡਾਊਨ ਹੋ ਗਿਆ ਸੀਗਾ ਤਾਂ ਪ੍ਰਵਾਸੀ ਮਜ਼ਦੂਰ ਤੇ ਬੇਘਰੇ ਜਿਹੜੇ ਦਿਹਾੜੀਦਾਰ ਸੀ ਉਹਨਾਂ ਦੇ ਵਾਸਤੇ ਪੰਜਾਬ ਸਰਕਾਰ ਨੇ ਸੂਬੇ ਦੇ ਕਈ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਸ਼ੈਲਟਰ ਹੋਮ ਜਿਹੜੇ ਜੀ ਉਹ ਸਥਾਪਿਤ ਕੀਤੇ ਸੀਗੇ। ਇਸੇ ਤਰ੍ਹਾਂ ਦਾ ਇਹ ਸ਼ੈਲਟਰ ਹੋਮ ਪਟਿਆਲੇ ਦੇ ਵਿੱਚ ਵੀ ਹੈ। ਇਹ 3 ਅਪ੍ਰੈਲ ਨੂੰ ਖੋਲ੍ਹਿਆ ਗਿਆ ਸੀਗਾ, ਔਰ ਉਸ ਦਿਨ ਵੱਡੀ ਗਿਣਤੀ ਜਿਹੜੇ ਉੱਗੇ ਸਮਾਜ ਸੇਵਕ ਨੇ ਉਹਨਾਂ ਨੇ ਸ਼ੈਲਟਰ ਦੇ ਵਿੱਚ ਅਸਥਾਈ ਤੌਰ ਤੇ ਰਹਿ ਰਹੇ 500 ਦੇ ਕਰੀਬ ਲੋਕਾਂ ਦੇ ਵਾਸਤੇ ਖਾਣਾ ਪੀਣਾ, ਦਵਾਈਆਂ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਭੇਜਣੀਆਂ ਸ਼ੁਰੂ ਕੀਤੀਆਂ ਸੀ। ਇਸ ਤੋਂ ਬਾਅਦ ਡਿਸਟ੍ਰਿਕਟ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇਹ ਸਮਾਜ ਸੇਵੀ ਸੀ ਉਹਨਾਂ ਦੇ ਲੰਗਰ ਵਰਤਾਉਣ ਤੇ ਪਾਬੰਦੀ ਲਾਤੀ। ਸ਼ੈਲਟਰ ਹੋਮ 'ਚ ਪਨਾਹ ਲੈਣ ਵਾਲੇ ਜਿਹੜੇ ਸੀ ਉਹਨਾਂ ਦੀ ਜ਼ਿੰਮੇਵਾਰੀ ਰੈੱਡ ਕਰਾਸ ਪਟਿਆਲਾ ਨੂੰ ਦੇ ਦਿੱਤੀ। ਪਿਛਲੇ ਕਰੀਬ 3 ਹਫ਼ਤਿਆਂ ਤੋਂ ਸ਼ੈਲਟਰ ਹੋਮ ਦੇ ਵਿੱਚ ਰਹਿਣ ਵਾਲਿਆਂ ਦੀ ਲੰਗਰ ਦਾ ਪ੍ਰਬੰਧ ਬੰਦ ਕਰ ਦਿੱਤਾ ਗਿਆ, ਜਿਹਦੇ ਕਰਕੇ ਇੱਥੇ ਜਿਹੜਾ ਜੀ ਉਹ ਰਹਿ ਰਹੇ ਲੋਕ ਨੇ ਉਹਨਾਂ ਨੂੰ ਨੇੜੇ ਹੁਣ ਲੰਗਰ ਦੇ ਵਿੱਚ ਜਿਹੜਾ ਜੀ ਉਹ ਜਾਣਾ ਪੈ ਰਿਹਾ। ਗੁਰਦੁਆਰੇ ਦੇ ਜਾਂ ਮੰਦਿਰਾਂ ਦੇ ਜਿਹੜੇ ਲੰਗਰ ਨੇ, ਉੱਥੇ ਜਿਹੜੇ ਸ਼ੈਲਟਰ ਹੋਮ ਦੇ ਸੁਪਰਵਾਈਜ਼ਰ ਨੇ ਉਹ ਇਹ ਕਹਿੰਦੇ ਆ ਕਿ ਜਿਹੜੇ ਅਧਿਕਾਰੀ ਨੇ ਉਹ ਤਾਂ ਇਹਨੂੰ ਭੁੱਲ ਵੀ ਗਏ ਕਿ ਇੱਥੇ ਕੋਈ ਸ਼ੈਲਟਰ ਹੋਮ ਜਿਹੜਾ ਖੋਲ੍ਹਿਆ ਸੀ। ਇੱਥੇ ਜਿਹੜੇ ਦਰਜਨ ਦੇ ਕਰੀਬ 2.5 ਦਰਜਨ ਦੇ ਕਰੀਬ ਜਿਹੜੇ ਜੀ ਉਹ ਲੋਕ ਹੈਗੇ ਆ। ਉਹ ਇਹ ਕਹਿੰਦੇ ਆ ਚਲੋ ਇਹ ਨਹੀਂ ਸਾਨੂੰ ਕੋਈ ਮਾਸਕ, ਕੋਈ ਸੈਨੀਟਾਈਜ਼ਰ, ਦਵਾਈ ਕੋਈ ਨਹੀਂ ਜਿਹੜਾ ਜੀ ਬੋੜ ਰਿਹਾ ਉਹਨਾਂ ਦੇ ਵਾਸਤੇ। ਉਹ ਕਹਿੰਦੇ ਜੇ ਹੋਰ ਨਹੀਂ ਕੁਛ ਕਰ ਸਕਦੇ, 2 ਡੰਗ ਦੀ ਰੋਟੀ ਨਹੀਂ ਦੇ ਸਕਦੇ, 1 ਡੰਗ ਦੀ ਰੋਟੀ ਦੇ ਦਿਓ। 1 ਡੰਗ ਦੀ ਰੋਟੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਜੀ ਉਹ ਲੰਗਰ ਦੇ ਵਿੱਚੋਂ ਜਾ ਕੇ ਜਿਹੜਾ ਜੀ ਉਹ ਖਾਵਾਂਗੇ। ਸਰਕਾਰ ਕਹਿੰਦੀ ਹੈ ਕਿ ਅਫਵਾਹਾਂ ਫੈਲਾਉਣ ਵਾਲਿਆਂ ਦੇ ਉੱਤੇ ਅਸੀਂ ਬੜਾ ਸਖਤ ਸ਼ਿਕੰਜਾ ਕੱਸ ਰਹੇ ਹਾਂ। 180 ਦੇ ਕਰੀਬ ਫੇਸਬੁੱਕ ਅਕਾਊਂਟ ਇਹਦੇ ਵਿੱਚ, ਟਵਿੱਟਰ ਅਕਾਊਂਟ ਸ਼ਾਮਲ ਨੇ ਇਹਦੇ ਵਿੱਚ, ਇੰਸਟਾਗ੍ਰਾਮ ਦੇ ਅਕਾਊਂਟ ਸ਼ਾਮਲ ਨੇ ਇਹਦੇ ਵਿੱਚ, YouTube ਚੈਨਲ ਜਿਹੜੇ ਸ਼ਾਮਲ ਨੇ ਉਹਨਾਂ ਦੇ ਵਾਸਤੇ ਸਰਕਾਰ ਨੇ ਲਿਖ ਦਿੱਤਾ ਕਿ ਬੰਦ ਕਰ ਦਿਓ ਇਹ ਅਫਵਾਹਾਂ ਜਿਹੜੀਆਂ ਦੀ ਉਹ ਫੈਲਾਉਂਦੇ ਨੇ। ਆਹ ਤਾਂ ਅਫਵਾਹ ਨਹੀਂ ਗੀ, ਇਹ ਤਾਂ ਰਿਐਲਿਟੀ ਆ। 2.5 ਦਰਜਨ ਲੋਕਾਂ ਦੇ ਵਾਸਤੇ ਪ੍ਰਸ਼ਾਸਨ ਦੇ ਕੋਲੇ 1 ਡੰਗ ਦੀ ਰੋਟੀ ਜਿਹੜਾ ਦੀ ਉਹ ਹੈ ਨਹੀਂ। ਔਰ ਆਪਣੀ ਬਾਤ ਲਾਉਣਗੇ ਨਾ ਜਿੱਥੇ ਤੱਕ ਲੱਗਦੀ ਆ ਕਿ ਗੱਲ ਨਾ ਨਿਕਲੇ। ਤੇ ਅਖੀਰ ਦੇ ਵਿੱਚ ਕਿਸਾਨਾਂ ਨੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਾ ਸੀ, ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਗ੍ਰਿਫਤਾਰ ਕਰਨ ਤੋਂ ਭੱਜੀ। ਦੇਖੋ ਕਰ ਰਹੇ ਆ ਕਿਸਾਨ ਤਾਂ ਲੱਗੇ ਹੋਏ ਆ, ਔਰ ਇਹ 5ਵਾਂ ਲਗਾਤਾਰ ਦਿਨ ਹੈ ਜਦੋਂ ਇਹਨਾਂ ਕਿਸਾਨ ਜਥੇਬੰਦੀਆਂ ਦੇ ਵਰਕਰ ਜਿਹੜੇ ਨੇ, ਕਿਸਾਨ ਨੇ, ਕਿਸਾਨ ਮਜ਼ਦੂਰ ਨੇ, ਉਹ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਰਹੇ ਆ। ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਮੂਹਰੇ ਉੱਚੀ ਆਵਾਜ਼ ਦੇ ਵਿੱਚ ਝੰਡੇ ਡੰਡੇ ਲੈ ਕੇ ਜਿਹੜਾ ਜੀ ਉਹ ਆਪਣੀ ਆਵਾਜ਼ ਪਹੁੰਚਾ ਰਹੇ ਆ, ਔਰ ਇਹ ਕਹਿ ਰਹੇ ਆ ਕਿ ਉਹ ਵਿਰੋਧ ਕਰ ਰਹੇ ਨੇ ਖੇਤੀ ਆਰਡੀਨੈਂਸਾਂ ਦਾ, ਔਰ ਉਹ ਵਿਰੋਧ ਕਰ ਰਹੇ ਨੇ ਇਹਦੇ ਸੰਬੰਧੀ ਪੇਸ਼ ਹੋਣ ਵਾਲੇ ਬਿੱਲ ਦਾ, ਜਿਹੜਾ ਕਿ ਪਾਰਲੀਮੈਂਟ ਦਾ ਸੈਸ਼ਨ ਸਟਾਰਟ ਹੋਣ ਵਾਲਾ ਉਹਦੇ ਵਿੱਚ ਪੇਸ਼ ਹੋਣਾ। ਜਿਹੜੀ ਪੰਜਾਬ ਸਰਕਾਰ ਹੈ ਉਹ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਕਿਉਂਕਿ ਹੁਕਮ ਨੇ ਦਿੱਤੇ ਹੋਏ ਸਰਕਾਰ ਨੇ ਕਿ ਗ੍ਰਿਫਤਾਰ ਨਹੀਂ ਕਰਨਾ। ਇਹ ਵੱਖ-ਵੱਖ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਵਿੱਚ ਜਾ ਰਹੇ ਨੇ, ਉੱਥੇ ਡਿਪਟੀ ਕਮਿਸ਼ਨਰਾਂ ਦਾ ਵੜਨਾ ਔਖਾ ਹੋਇਆ ਪਿਆ ਜੀ। ਉਹ ਪਿਛਲੇ ਬੂਹੇ ਥਾਣੀ ਨਿਕਲ ਜਾਂਦੇ ਨੇ, ਗ੍ਰਿਫਤਾਰ ਨਹੀਂ ਇਹਨਾਂ ਨੂੰ ਜਿਹੜਾ ਜੀ ਉਹ ਕਰਦੇ। ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਅਸੀਂ ਜੇਲ੍ਹ ਭਰੋ ਅੰਦੋਲਨ ਜਿਹੜਾ ਜੀ ਉਹ ਸ਼ੁਰੂ ਕੀਤਾ ਹੋਇਆ। ਹੁਣ ਜੇਲ੍ਹਾਂ ਦੇ ਵਿੱਚ ਜੇ ਉਹ ਲੈ ਕੇ ਜਾਣ ਤੇ ਜੇਲ੍ਹਾਂ ਭਰਨ,
ਸਰਕਾਰ ਨੇ ਰਾਹ ਜਿਹੜਾ ਜੀ ਇਹ ਅਪਣਾ ਲਿਆ ਵੀ ਚੁੱਪ ਕਰਕੇ ਇਹਨਾਂ ਨੂੰ ਅਰੈਸਟ ਹੀ ਨਾ ਕਰੋ। ਸਵੇਰੇ ਉਹ ਜਾਂਦੇ ਨੇ ਵੀ ਸ਼ਾਮ ਤੱਕ ਆਪੇ ਨਾਰੇ ਨੂਰੇ ਮਾਰ ਕੇ ਗੱਲ ਬਿਠਾ ਕੇ ਜਿਹੜਾ ਜੀ ਉਹ ਮੁੜਾਉਣਗੇ। ਪਰ ਕਿਸਾਨ ਡਟੇ ਹੋਏ ਨੇ ਇਸ ਮਾਮਲੇ ਦੇ ਉੱਤੇ, ਉਹ ਅਗਲੇ ਦਿਨ ਫੇਰ ਜਾ ਪਹੁੰਚਦੇ ਨੇ। ਕੱਲ ਨਹੀਂ ਅਰੈਸਟ ਕੀਤਾ, ਚਲੋ ਅੱਜ ਜਿਹੜਾ ਵੀ ਉਹ ਅਰੈਸਟ ਕਰ ਲਓ। ਕਿਸਾਨ ਜਿਹੜੇ ਆ ਜੀ ਹੁਣ ਅਗਲੇ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੈ ਉਸ ਮਾਮਲੇ ਦੇ ਵਿੱਚ ਉਹ ਸਖਤ ਐਕਸ਼ਨ ਦੇਣ ਦੇ ਮੂਡ ਦੇ ਵਿੱਚ ਨੇ। ਕੁਛ ਪਹਿਲੇ ਦਿਨ ਕੁਛ ਜਿਹੜੇ ਆਗੂ ਨੇ ਉਹਨਾਂ ਦੇ ਉੱਤੇ ਧਾਰਾ 188 ਲਾਈ ਸੀਗੀ, ਜਿਹੜੀ ਕਿ ਇੱਥੇ ਕਰਫਿਊ ਵਗੈਰਾ ਤੋੜਨਾ ਜਾਂ 144 ਜਿਹੜੀ ਉਹ ਤੋੜਨੀ, ਉਹਦੇ ਮਾਮਲੇ ਦੇ ਵਿੱਚ ਹੀ। ਪਰ ਹੁਣ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਦੇ ਉੱਤੇ ਸਖਤੀ ਕਰਨ ਦੇ ਮੂਡ ਦੇ ਵਿੱਚ ਨਹੀਂ, ਕਿਉਂਕਿ ਕਿਸਾਨਾਂ ਦਾ ਇਹ ਸੰਘਰਸ਼ ਕੇਂਦਰ ਦੀ ਸਰਕਾਰ ਦੇ ਅਗੇਂਸਟ ਹੈ, ਪੰਜਾਬ ਸਰਕਾਰ ਦੇ ਅਗੇਂਸਟ ਨਹੀਂ। ਉਹ ਮੁਫਤ ਦੇ ਵਿੱਚ ਜਿਹੜਾ ਵੀ ਉਹ ਪੰਗਾ ਨਹੀਂ ਲੈਣਾ ਚਾਹੁੰਦੀ ਕਿਸਾਨਾਂ ਦੇ ਨਾਲ। ਕਿਸਾਨ ਇਹ ਕਹਿਣ ਕਿ ਜਿਹੜਾ ਵੀ ਦੇਖੋ ਕਾਂਗਰਸ ਦੀ ਸਰਕਾਰ ਹੈ ਉਹ ਵੀ ਸਾਡੇ ਵਿਰੋਧ ਦੇ ਵਿੱਚ ਜਿਹੜਾ ਵੀ ਚੱਲ ਰਹੀ ਹੈ, ਇਸ ਕਰਕੇ ਉਹ ਨਾਰੇ ਨੂਰੇ ਮਾਰ ਕੇ ਜਿਹੜਾ ਵੀ ਆ ਜਾਂਦੇ ਆ। ਹੁਣ ਇੱਕ ਦਿਨ ਦਾ ਜਿਹੜਾ ਵੀ ਉਹ ਚੱਕਾ ਜਾਮ ਦਿੱਤਾ ਜਾ ਰਿਹਾ। 10 ਜਥੇਬੰਦੀਆਂ ਸ਼ਾਮਲ ਨੇ ਇੱਥੇ ਪੰਜਾਬ ਦੀਆਂ ਕਿਸਾਨਾਂ ਦੀਆਂ, ਔਰ 250 ਦੇ ਕਰੀਬ ਪੂਰੇ ਮੁਲਕ ਦੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਨੇ ਇਸ ਮਸਲੇ ਦੇ ਉੱਤੇ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਦਿਨ ਇਹ ਬਿੱਲ ਪੇਸ਼ ਕੀਤਾ ਜਾਊਗਾ ਉਹ ਪਾਰਲੀਮੈਂਟ ਤੱਕ ਘੇਰਨ ਦੇ ਵਾਸਤੇ ਜਿਹੜਾ ਜੀ ਉਹ ਜਾਣਗੇ। ਦੇਖਦੇ ਹਾਂ ਜੀ ਕਿ ਇਹ ਕਿਸ ਪਾਸੇ ਵੱਲ ਨੂੰ ਜਾਂਦਾ। ਪਰ ਇੰਨਾ ਜ਼ਰੂਰ ਹੈ ਕਿ ਸਭ ਤੋਂ ਜਿਹੜੀ ਮੁਸ਼ਕਲ ਸਥਿਤੀ ਹੈ ਨਾ ਜੀ ਇਸ ਵੇਲੇ ਉਹ ਅਕਾਲੀ ਦਲ ਬਾਦਲ ਦੀ ਬਣੀ ਹੋਈ ਹੈ ਕਿ ਉਹ ਇਸ ਮਸਲੇ ਦੇ ਉੱਤੇ ਕੀ ਸਟੈਂਡ ਲਊਗਾ। ਬੇਸ਼ੱਕ ਵੱਡੇ ਬਾਦਲ ਹੋਰਾਂ ਨੂੰ ਵੀਡੀਓ ਦੇ ਰੂਪ ਦੇ ਵਿੱਚ ਪਿਛਲੇ ਦਿਨ ਹੀ ਲਿਆਂਦਾ ਗਿਆ ਸੀ, ਉਹ ਵੀ ਉਲਟ ਪੈ ਗਿਆ। ਉਹਨਾਂ ਨੇ ਇਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਬੋਲੇ ਔਰ ਇਹ ਕਿਹਾ ਕਿ ਇਹ ਤਾਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਲੈ ਜਾਣਗੇ। ਹੁਣ ਇਹ ਵੀ ਆ ਕਿ ਉਹ ਟਾਈਮ ਚਲੇ ਗਿਆ ਜਦੋਂ ਤੁਸੀਂ ਇੱਕ ਬਿਆਨ ਦੇ ਕੇ ਮੁੜ ਕੇ ਦੂਜਿਆਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਕਿੱਥੇ ਕੀ ਕਿਹਾ। ਦਿੱਲੀ ਕੁਛ ਕਿਹਾ, ਉਹ ਪੰਜਾਬ ਜਿਹੜਾ ਵੀ ਉਹ ਕੁਛ ਆ ਕੇ ਕਹਿ ਦੇ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਜੋ ਦਿੱਲੀ ਤੁਸੀਂ ਕਰਦੇ ਹੋ ਵੋਟਾਂ ਕਿਹਦੇ ਹੱਕ 'ਚ ਪਾਉਂਦੇ। ਜੇ ਤਾਂ ਉੱਥੇ ਬਿੱਲ ਜਿਹੜਾ ਆਉਂਦਾ ਉਹਦੇ ਹੱਕ 'ਚ ਵੋਟ ਪਾਉਂਦੇ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਮਿਸਟਰ ਗੁਜਰਾਲ, ਜਿਹੜੇ ਸੁਖਦੇਵ ਸਿੰਘ ਢੀਂਡਸਾ, ਇਹ ਰਾਜ ਸਭਾ ਦੇ 3 ਮੈਂਬਰ ਨੇ, 2 ਲੋਕ ਸਭਾ ਦੇ ਮੈਂਬਰ ਨੇ, ਕਿੱਧਰ ਵੋਟ ਭੁਗਤਦੀ ਹੈ ਇਹ ਦੇਖਣ ਵਾਲਾ ਹੋਊਗਾ। ਬਹੁਤੀ ਨਿਗਾਹ ਹੀ ਇਹਦੇ ਉੱਤੇ ਹੋਊਗੀ ਕਿਉਂਕਿ ਕਾਂਗਰਸ ਇਹਦੇ ਵਿਰੋਧ ਦੇ ਵਿੱਚ ਹੈ, ਉਹ ਵਿਰੋਧ 'ਚ ਵੋਟ ਪਾਊਗੀ। ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਰਾਜ ਸਭਾ ਦੀਆਂ 3 ਨੇ, ਇੱਕ ਉਹਨਾਂ ਕੋਲੇ ਲੋਕ ਸਭਾ ਦੀ ਹੈ, ਉਹ ਇਸ ਬਿੱਲ ਦੇ ਵਿਰੋਧ ਦੇ ਵਿੱਚ ਜਿਹੜੀ ਉਹ ਭੁਗਤਣੀ ਹੈ। ਕਿਸਾਨਾਂ ਨੇ ਐਲਾਨ ਕੀਤਾ ਹੋਇਆ ਕਿ ਜਿੰਨੇ ਮੈਂਬਰ ਪਾਰਲੀਮੈਂਟ ਨੇ ਤੇ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਤੋਂ, ਇਹਨਾਂ ਚੋਂ ਕਿਸੇ ਨੇ ਵੋਟ ਜਿਹੜੀ ਦੀ ਇਸ ਬਿੱਲ ਦੇ ਹੱਕ ਦੇ ਵਿੱਚ ਪਾਈ ਤੇ ਫਿਰ ਅਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ। ਚੰਗਾ ਫੈਸਲਾ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਤੇ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।